ਤੁਸੀਂ ਜੋ ਸੋਚਿਆ ਸੀ ਕਿ ਮੈਂ ਕਰਨਾ ਹੈ, ਜੇ ਮੇਰੀ 40 ਤੋਂ ਪਲੱਸ ਫਿਲਮਾਂ ਹਜੇ ਤੱਕ ਨਹੀਂ ਲੋਕਾਂ ਦੇ ਸਾਹਮਣੇ ਆਈਆਂ, ਪਰ ਮੈਂ ਫਿਲਮ ਤਾਂ ਜ਼ਰੂਰ ਕੋਈ ਇੱਦਾਂ ਦੀ ਲਿਖੂੰਗਾ ਜੋ ਸਭ ਦੇ ਸਾਹਮਣੇ ਆਏ, ਸਭ ਨੂੰ ਪਸੰਦ ਕਰੇਗੀ। ਉਹ ਫਿਲਮ 'ਚ ਤੁਨਕਾ ਤੁਨਕਾ। ਮੇਰੇ ਅੰਦਰ ਵੀ ਇਮੋਸ਼ਨਸ ਹੈਗੇ ਨੇ, ਫੀਲਿੰਗਸ ਹੈਗੀਆਂ ਨੇ। ਹੁੰਦਾ ਸੀ ਕਿਤੇ ਕਿਤੇ ਥੋੜ੍ਹਾ ਬਹੁਤ ਨਿਰਾਸ਼ਾ ਥੋੜ੍ਹੀ ਬਹੁਤ ਆ ਜਾਂਦੀ ਸੀ, ਬਟ ਉਹ ਜਿਹੜੀ ਥੋੜ੍ਹੀ ਬਹੁਤ ਨਿਰਾਸ਼ਾ ਆ ਜਾਂਦੀ ਸੀ ਉਹਨੂੰ ਮੈਂ ਬਹੁਤ ਛੇਤੀ ਫਿਰ ਮੋਟੀਵੇਸ਼ਨ 'ਚ ਕਨਵਰਟ ਕਰ ਲੈਂਦਾ ਸੀਗਾ। ਫਿਲਮ ਸਕ੍ਰਿਪਟ ਰਾਈਟਿੰਗ ਉਹ ਵੀ ਮੈਂ ਮਤਲਬ ਕੰਮ ਹੈ ਮੇਰਾ, ਹੈ ਨਾ, ਬਟ ਇੱਕ ਕਾਫੀ ਲੰਮਾ ਟਾਈਮ ਹੈ ਨਾ ਸੰਘਰਸ਼ ਕੀਤਾ, ਕੰਮ ਵੀ ਕੀਤਾ, ਬਟ ਕੰਮ ਰੁਜ਼ਗਾਰ ਦਾ ਇੱਕ ਜਿਵੇਂ ਪ੍ਰੋਪਰ ਵਸੀਲਾ ਬਣਦਾ ਹੁੰਦਾ ਹੈ ਨਾ, ਮੈਂ ਵੀ ਚਾਹੁੰਦਾ ਸੀ ਮੇਰਾ ਵਸੀਲਾ ਬਣੇ, ਬਟ ਉਸ ਟਾਈਮ ਤੱਕ ਨਹੀਂ ਬਣਿਆ ਸੀ। ਕਾਲਜ ਦੀ ਪੜ੍ਹਾਈ ਤੋਂ ਬਾਅਦ STD ਲਾਈ ਹੈ ਜੀ ਮੈਂ, ਜਿਹੜਾ ਇਹ ਦੂਜਾ ਕਬਾੜ ਹੁੰਦਾ ਗੱਤਾ ਪਲਾਸਟਿਕ ਹੈ ਨਾ, ਉਹ ਕੰਮ ਕੀਤਾ ਜੀ। ਜਿਹੜੀ ਟਰੈਕਟਰ ਦੇ ਪਿੱਛੇ ਟਰਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਬਣਾਉਣ ਦਾ ਕੰਮ ਮੈਂ ਉਹ ਕੀਤਾ ਜੀ। ਕਰਿਆਨੇ ਦਾ ਕੰਮ ਕੀਤਾ ਜੀ ਮੈਂ। ਲੋਹੇ ਦੀਆਂ ਚਾਦਰਾਂ ਹੁੰਦੀਆਂ ਨੇ ਜੀ, ਜਿਹੜੇ ਟਰੱਕਾਂ 'ਚੋਂ ਲੋਹੇ ਦੀਆਂ ਚਾਦਰਾਂ ਨਿਕਲਦੀਆਂ ਸੈਕਿੰਡ ਹੈਂਡ, ਉਹਨਾਂ ਨੂੰ ਕੱਟਣ ਦਾ ਕੰਮ ਕੀਤਾ ਜੀ। ਇੱਦਾਂ ਕਰਕੇ ਇੱਕ ਦੋ ਕੰਮ ਹੋ ਗਏ, ਤਕਰੀਬਨ 7-8 ਕੰਮ ਕੀਤੇ। ਅਤੇ ਬਸ ਐਂ ਹੁੰਦਾ ਕਿ ਮੈਂ ਆਪਣਾ ਕੰਮ ਕਰਾਂ, ਲਿਖਦਾ ਰਹਾਂ ਲਿਖਦਾ ਰਹਾਂ ਲਿਖਦਾ ਰਹਾਂ। ਮੇਰੀ ਬਸ ਇਹੀ ਜਰਨੀ, ਜਦੋਂ ਤੱਕ ਮੇਰੇ ਆਖਰੀ ਸਾਹ ਹੋਣ ਮੈਂ ਲਿਖਦਾ ਹੀ ਰਹਾਂ। ਮੈਂ ਕੰਮ ਕਰ ਰਿਹਾ, ਮਿਹਨਤਕਸ਼ ਮੇਰੇ ਡੈਡੀ ਰਹੇ ਨੇ, ਮਿਹਨਤਕਸ਼ ਬੰਦਾ ਮੈਂ ਹੈਗਾ। ਮੈਂ ਸਿੰਪਥੀ ਨਹੀਂ ਚਾਹੀਦੀ, ਹੈ ਨਾ। ਅਤੇ ਇਹੀ ਗੱਲ ਮੈਂ ਉਸ ਬਾਈਟ 'ਚ ਵੀ ਕਹੀ ਸੀ। ਉਹ ਸਿੰਪਥੈਟਿਕ ਕਿਵੇਂ ਹੋ ਗਿਆ ਮੈਨੂੰ ਨਹੀਂ ਪਤਾ। ਧੰਨਵਾਦ ਉਸ ਚੀਜ਼ ਲਈ, ਬਟ ਸਿੰਪਥੀ ਨਹੀਂ ਚਾਹੀਦੀ ਵੀਰੇ। ਮੈਂ ਮਿਹਨਤ ਕਰਨ ਵਾਲਾ ਬੰਦਾ, ਆਪਣੀ ਮਿਹਨਤ ਦੇ ਦਮ 'ਤੇ ਕਰਕੇ ਦਿਖਾਊਂਗਾ ਸਭ ਕੁਛ, ਆਪਣੇ ਸੁਪਨੇ ਪੂਰੇ ਕਰੂੰਗਾ ਅਤੇ ਉਹ ਤੁਹਾਡੇ ਸਾਹਮਣੇ ਵੀ ਆ ਜਾਊ। ਰੋਟੀ ਖਾਣ ਲਈ ਪੈਸੇ ਨਹੀਂ, ਉਹ ਮੈਂ ਭੁੱਖ ਦੇਖੀ ਹੈ, ਮੋਹਾਲੀ ਰਹਿ ਕੇ ਦੇਖੀ ਹੈ, ਬਟ ਉੱਥੇ ਮੈਂ ਉਸ ਜਿਹੜਾ ਮੈਂ ਸਮਾਂ ਹੰਢਾਇਆ ਉੱਥੇ ਮੈਂ ਵਿਚਲਿਤ ਨਹੀਂ ਹੋਇਆ। ਮੈਂ ਨਾ ਇੱਕ ਸਿੰਪੈਥੈਟਿਕ ਵਿਲਨ ਨਹੀਂ ਬਣਿਆ ਉੱਥੇ ਕਿ ਬਈ ਮੇਰੇ ਮਜਬੂਰੀ ਦੇ ਹਾਲਾਤ ਹੋ ਗਏ ਸੀ, ਜਾਂ ਮੈਂ ਮਤਲਬ ਚੋਰੀ ਠੱਗੀ ਬੇਈਮਾਨੀ ਗਲਤ ਰਾਹ ਨਹੀਂ ਪਿਆ। ਮੈਂ ਉਹ ਭੁੱਖ ਬਰਦਾਸ਼ਤ ਕਰਕੇ ਵੀ ਅਡੋਲ ਰਿਹਾ। ਬਚਪਨ ਤੋਂ ਹੀ ਸਾਨੂੰ ਜ਼ਿੰਦਗੀ ਵਿੱਚ ਸਿਖਾਇਆ ਜਾਂਦਾ ਹੈ ਕਿ ਤੁਸੀਂ ਆਪਣਾ ਇੱਕ ਗੋਲ ਜਿਹੜਾ ਹੈ ਉਹ ਸੈੱਟ ਕਰਨਾ ਹੈ। ਉਸ ਗੋਲ ਨੂੰ ਅਚੀਵ ਕਰਨ ਦੇ ਲਈ ਤੁਸੀਂ ਜੀ ਤੋੜ ਮਿਹਨਤ ਕਰਨੀ ਹੈ, ਔਰ ਅਸੀਂ ਇਸੇ ਰਾਹ 'ਤੇ ਚੱਲਦੇ ਹਾਂ। ਅਸੀਂ ਸੋਚ ਲੈਂਦੇ ਹਾਂ ਪਹਿਲੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਫਿਰ ਜਦੋਂ ਸਾਨੂੰ ਸਮਝ ਆਉਂਦੀ ਕਿ ਅਸੀਂ ਵਾਕਈ ਕੀ ਕਰਨਾ ਚਾਹੁੰਦੇ, ਫਿਰ ਉਸ ਰਾਹ 'ਤੇ ਜ਼ਰੂਰ ਚੱਲ ਪੈਂਦੇ ਹਾਂ। ਪਰ ਅਸੀਂ ਕਈ ਵਾਰ ਇਹ ਨਹੀਂ ਸਮਝ ਪਾਉਂਦੇ ਕਿ ਉਸ ਰਾਹ 'ਤੇ ਚੱਲਦਿਆਂ ਸਾਨੂੰ ਬਹੁਤ ਹਿੰਮਤ ਰੱਖਣੀ ਪੈਣੀ ਹੈ, ਬਹੁਤ ਹੌਸਲਾ ਰੱਖਣਾ ਪੈਣਾ ਹੈ, ਔਰ ਬਹੁਤ ਹੀ ਜ਼ਿਆਦਾ ਵੇਟ ਕਰਨੀ ਪੈਣੀ ਹੈ। ਕਈ ਵਾਰ, ਹਰ ਵਾਰ ਸ਼ਾਇਦ ਇੱਦਾਂ ਨਾ ਹੋਵੇ। ਅੱਜ ਤੁਹਾਨੂੰ ਅਜਿਹੀ ਇੱਕ ਸ਼ਖਸੀਅਤ ਨਾਲ ਰੂਬਰੂ ਕਰਵਾਉਣ ਜਾ ਰਹੀ ਹਾਂ ਜਿਨ੍ਹਾਂ ਨੇ ਹੌਸਲਾ ਵੀ ਰੱਖਿਆ, ਹਿੰਮਤ ਕਦੀ ਨਹੀਂ ਹਾਰੀ। 40 ਤੋਂ ਪਲੱਸ ਫਿਲਮਾਂ ਲਿਖੀਆਂ, ਪਰ ਉਹ ਕਦੀ ਬਣੀਆਂ ਹੀ ਨਹੀਂ, ਪਰ ਉਹਨਾਂ ਨੇ ਕਦੀ ਹੌਸਲਾ ਨਹੀਂ ਛੱਡਿਆ। ਤੁਨਕਾ ਤੁਨਕਾ ਹਾਲ ਹੀ ਦੇ ਵਿੱਚ ਫਿਲਮ ਰਿਲੀਜ਼ ਹੋਈ, ਤੁਹਾਨੂੰ ਪਤਾ ਹੈ, ਔਰ ਉਸ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 7 ਇੰਟਰਨੈਸ਼ਨਲ ਜਿਹੜੇ ਅਵਾਰਡ ਵਿਨ ਕੀਤੇ। ਔਰ ਉਸ ਫਿਲਮ ਨੂੰ ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਦੀ ਕਹਾਣੀ ਵੀ ਮੋਟੀਵੇਸ਼ਨਲ ਹੈ ਔਰ ਇੰਸਪੀਰੇਸ਼ਨ ਤੋਂ ਘੱਟ ਨਹੀਂ ਹੈ। ਮੇਰੇ ਨਾਲ ਨੇ ਇਸ ਵੇਲੇ ਜੇ ਡੇਵਿਨ, ਉਹਨਾਂ ਨਾਲ ਗੱਲਬਾਤ ਕਰਦੇ ਨਾਲ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂ, ਜਗਬਾਣੀ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਮੇਰੇ ਜੇ ਡੇਵਿਨ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਅਤੇ ਧੰਨਵਾਦ ਦਰਸ਼ਕਾਂ ਦਾ ਵਾਰ-ਵਾਰ ਜਿਨ੍ਹਾਂ ਨੇ ਤੁਨਕਾ ਤੁਨਕਾ ਫਿਲਮ ਨੂੰ ਅਤੇ ਸਾਡੀ ਸਾਰੀ ਟੀਮ ਦੀ ਮਿਹਨਤ ਨੂੰ ਇੰਨੀ ਹੌਸਲਾ ਅਫਜ਼ਾਈ ਦਿੱਤੀ, ਪਿਆਰ ਦਿੱਤਾ। ਇੱਕ ਵਾਰ ਫਿਰ ਧੰਨਵਾਦ। ਡੇਵਿਨ, ਜਿੱਦਾਂ ਮੈਂ ਸ਼ੁਰੂਆਤ ਕੀਤੀ ਔਰ ਕਿਹਾ ਕਿ ਅਸੀਂ ਗੋਲ ਤਾਂ ਗੋਲ ਸੈੱਟ ਕਰ ਲੈਂਦੇ ਹਾਂ, ਅਸੀਂ ਕੀ ਅਚੀਵ ਕਰਨਾ ਹੈ ਨਾ, ਉਸ ਰਾਹ 'ਤੇ ਤੁਰ ਵੀ ਪੈਂਦੇ ਹਾਂ। ਕਈ ਵਾਰ ਹੌਸਲਾ ਸਾਡਾ ਟੁੱਟਦਾ ਹੈ, ਕਈ ਵਾਰ ਅਸੀਂ ਆਪਣੇ ਰਾਹ ਬਦਲ ਲੈਂਦੇ ਹਾਂ। ਤੁਹਾਡਾ ਵੀ ਓਬਵੀਅਸਲੀ ਹੌਸਲਾ ਟੁੱਟਿਆ ਹੋਏਗਾ, ਕਿਉਂਕਿ ਇੰਨੀ ਜ਼ਿਆਦਾ ਲੰਬੀ ਇੱਕ ਤੁਸੀਂ ਜਰਨੀ ਜਿਹੜੀ ਹੈ ਉਹ ਆਪਣੀ ਹਜੇ ਕਰ ਰਹੇ ਹੋ, ਕਵਰ ਕਰ ਰਹੇ ਹੋ। ਉਸ ਜਰਨੀ ਦੇ ਵਿੱਚ ਤੁਸੀਂ ਹੋਰ ਕੰਮ ਵੀ ਕੀਤੇ, ਪਰ ਤੁਹਾਡਾ ਇਹ ਪਲੱਸ ਪੁਆਇੰਟ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਰਿਹਾ ਕਿ ਤੁਸੀਂ ਜੋ ਸੋਚਿਆ ਸੀ ਕਿ ਮੈਂ ਕਰਨਾ ਹੈ, ਜੇ ਮੇਰੀ 40 ਤੋਂ ਪਲੱਸ ਫਿਲਮਾਂ ਹਜੇ ਤੱਕ ਨਹੀਂ ਲੋਕਾਂ ਦੇ ਸਾਹਮਣੇ ਆਈਆਂ, ਪਰ ਮੈਂ ਫਿਲਮ ਤਾਂ ਜ਼ਰੂਰ ਕੋਈ ਇੱਦਾਂ ਦੀ ਲਿਖੂੰਗਾ ਜੋ ਸਭ ਦੇ ਸਾਹਮਣੇ ਆਏ, ਸਭ ਨੂੰ ਪਸੰਦ ਕਰੇਗੀ। ਉਹ ਫਿਲਮ 'ਚ ਤੁਨਕਾ ਤੁਨਕਾ। ਜੀ ਜੀ, ਤੁਸੀਂ ਕਿਹਾ ਜੀ ਹੌਸਲਾ, ਐਕਚੁਅਲੀ ਹੌਸਲਾ ਨਹੀਂ ਮੇਰਾ ਕਦੇ ਟੁੱਟਿਆ ਜੀ। ਅਤੇ ਇਹ ਪਰਮਾਤਮਾ ਵੱਲੋਂ ਕਹਿ ਲਓ। ਅਤੇ ਇੱਕ ਮੇਰੇ ਡੈਡੀ ਸ਼੍ਰੀ ਜਗਦੀਸ਼ ਰਾਏ ਜੀ, ਹੁਣ ਹੈਗੇ ਨਹੀਂ ਇਸ ਦੁਨੀਆ 'ਚ, ਉਹਨਾਂ ਦੀ ਡੈਥ ਹੋ ਗਈ ਸੀ 2006 'ਚ। ਇਹ ਮਿਹਨਤ ਕਰਨ ਦਾ ਜਿਹੜਾ ਫਲਸਫਾ ਮੈਂ ਮੇਰੇ ਡੈਡੀ ਜੀ ਤੋਂ ਸਿੱਖਿਆ ਸੀਗਾ। ਮੇਰੇ ਡੈਡੀ ਬਹੁਤ ਹੀ ਮਤਲਬ ਗਰੀਬ ਤਬਕੇ ਤੋਂ ਜਿਹਨੂੰ ਕਹਿੰਦੇ ਆ, ਉੱਥੋਂ ਉੱਠ ਕੇ ਆਏ ਸੀਗੇ, ਅਤੇ ਉਹ ਬੇਸਿਕਲੀ ਹਲਵਾਈ ਸੀਗੇ। ਉਹਨਾਂ ਨੇ ਹਲਵਾਈ ਪਣੇ ਦਾ ਕੰਮ ਸਿੱਖਿਆ ਹੈ ਨਾ ਪਹਿਲਾਂ 5-6 ਸਾਲ, ਅਤੇ ਫਿਰ ਉਹਨਾਂ ਨੇ
ਇੱਕ ਚਾਹ ਦੇ ਖੋਖੇ ਤੋਂ ਸ਼ੁਰੂਆਤ ਕੀਤੀ ਸੀ ਐਕਚੁਅਲੀ ਮੇਰੇ ਡੈਡੀ ਨੇ ਇੱਥੇ ਖਨੌਰੀ ਮੰਡੀ ਸ਼ਹਿਰ ਦੇ ਅੰਦਰ ਆ ਕੇ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕੰਮ ਦੇ ਅੰਦਰ ਹਲਵਾਈ ਪੁਣੇ ਦੇ ਕੰਮ ਦੇ ਅੰਦਰ ਬਹੁਤ ਤਰੱਕੀਆਂ ਕੀਤੀਆਂ ਜੀ, ਹੈ ਨਾ। ਆਪਣੀ ਘਰ ਦੀ ਦੁਕਾਨ ਬਣਾਈ, ਮਕਾਨ ਬਣਾਇਆ, ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਨਿਭਾਈਆਂ, ਹੈ ਨਾ। ਤੇ ਉਹ ਮਿਹਨਤ ਦਾ ਜਿਹੜਾ ਫਲਸਫਾ ਸੀਗਾ ਉਹ ਮੈਂ ਮੇਰੇ ਡੈਡੀ ਤੋਂ ਸਿੱਖਿਆ ਸੀ ਤੇ ਉਹਨਾਂ ਨੇ ਸਿਖਾਇਆ ਸੀ। ਕਿਉਂਕਿ 6-7 ਸਾਲ ਦੀ ਮੇਰੀ ਉਮਰ ਹੁੰਦੀ ਸੀਗੀ, ਸਾਡੀ ਦੁਕਾਨ 'ਤੇ ਨੌਕਰ ਬਥੇਰੇ ਹੁੰਦੇ ਸੀਗੇ, ਬਟ ਮੇਰੇ ਡੈਡੀ ਨੇ ਬਚਪਨ ਤੋਂ ਹੀ 6-7 ਸਾਲ ਦੀ ਉਮਰ ਤੋਂ ਮੈਨੂੰ ਭੱਠੀ ਅੱਗੇ ਬਿਠਾਉਣਾ ਸ਼ੁਰੂ ਕਰਤਾ ਸੀਗਾ ਜੀ। ਤੇ ਮੈਂ ਵੀ ਕਦੇ ਉਹ ਨਹੀਂ ਕੀਤਾ, ਹੈ ਨਾ, ਕੰਮ ਵਰਕ ਇਜ਼ ਵਰਸ਼ਿਪ, ਉਹ ਮੈਂ ਮੇਰੇ ਡੈਡੀ ਨੂੰ ਬਚਪਨ ਤੋਂ ਦੇਖਦਾ ਆ ਰਿਹਾ ਸੀਗਾ ਤੇ ਵਰਕ ਨੂੰ ਵਰਸ਼ਿਪ ਵਾਂਗ ਹੀ ਕੀਤਾ ਜੀ ਹਮੇਸ਼ਾ। ਤੇ ਬਚਪਨ ਤੋਂ ਲੈ ਕੇ ਸਕੂਲ ਵੀ ਕੀਤਾ, ਹੈ ਨਾ। ਤੇ ਬਟ ਉਹ ਹਲਵਾਈ ਪਣੇ ਦੇ ਕੰਮ 'ਚ ਮਤਲਬ ਪ੍ਰੋਪਰਲੀ ਇਨਵੋਲਵ ਵੀ ਰਿਹਾ ਜੀ ਮੈਂ। ਤੇ ਉਹ ਗੱਲ ਉਹੀ ਹੈ ਵੀ ਹੌਸਲਾ ਨਹੀਂ ਮੈਂ ਕਦੀ ਛੱਡਿਆ ਜੀ। ਰਹੀ ਗੱਲ ਹੋ ਗਈ 40+ ਫਿਲਮਾਂ ਨਹੀਂ ਬਣੀਆਂ, ਉਹ ਮੇਰੇ ਡੈਡੀ ਜੀ ਦੀ ਦੇਣ ਹੈ ਜੀ, ਜਿਹੜਾ ਮੇਰਾ ਹੌਸਲਾ ਟੁੱਟਿਆ ਨਹੀਂ। ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਮਤਲਬ ਪੱਥਰ ਦਾ ਬਣਿਆ ਹੋਇਆ, ਲੋਹੇ ਦਾ, ਹੈ ਨਾ, ਲੋਹੇ ਦਾ। ਮੇਰੇ ਅੰਦਰ ਵੀ ਇਮੋਸ਼ਨਸ ਹੈਗੇ ਨੇ, ਫੀਲਿੰਗਸ ਹੈਗੀਆਂ ਨੇ। ਹੁੰਦਾ ਸੀ ਕਿਤੇ ਕਿਤੇ ਥੋੜ੍ਹਾ ਬਹੁਤ ਨਿਰਾਸ਼ਾ ਥੋੜ੍ਹੀ ਬਹੁਤ ਆ ਜਾਂਦੀ ਸੀ, ਬਟ ਉਹ ਜਿਹੜੀ ਥੋੜ੍ਹੀ ਬਹੁਤ ਨਿਰਾਸ਼ਾ ਆ ਜਾਂਦੀ ਸੀ ਉਹਨੂੰ ਮੈਂ ਬਹੁਤ ਛੇਤੀ ਫਿਰ ਮੋਟੀਵੇਸ਼ਨ 'ਚ ਕਨਵਰਟ ਕਰ ਲੈਂਦਾ ਸੀਗਾ। ਤੇ ਉਹ ਮੇਰੇ ਪਿਤਾ ਜੀ ਦੀ ਦੇਣ ਹੈ ਜੀ, ਹੈ ਨਾ। ਤੇ ਬਸ ਉਸੇ ਦੇਣ ਕਰਕੇ ਮਤਲਬ ਤੁਸੀਂ ਕਿਹਾ ਹੌਸਲਾ ਨਹੀਂ ਟੁੱਟਿਆ ਜੀ। ਮਤਲਬ ਹੌਸਲਾ ਤਾਂ ਮੈਂ ਕਿਹਾ ਵੀ ਮੈਂ ਟੁੱਟਣ ਦੇਣਾ ਵੀ ਨਹੀਂ ਆਪਣਾ, ਤੇ ਉਸੇ ਹੌਸਲੇ ਕਰਕੇ ਜੀ ਤੁਣਕਾ ਤੱਕ ਪਹੁੰਚੇ ਜੀ। ਡਿਟਰਮੀਨੇਸ਼ਨ ਆਪਣੀ ਤੁਸੀਂ ਹਮੇਸ਼ਾ ਬਣਾਈ ਰੱਖੀ ਆਪਣੇ ਕੰਮ ਨੂੰ ਲੈ ਕੇ। ਜੋ ਵਿਜ਼ੂਅਲਸ ਅਸੀਂ ਤੁਹਾਨੂੰ ਪਹਿਲੇ ਦਿਖਾਏ ਹੈ ਇਸ ਇੰਟਰਵਿਊ ਦੇ ਸਟਾਰਟ ਹੋਣ ਤੋਂ ਪਹਿਲਾਂ, ਉਹ ਜਗ੍ਹਾ ਹੈ ਜਿੱਥੇ ਡੇਵਿਨ ਦੀ ਕਰਮ ਭੂਮੀ ਅਸੀਂ ਕਹਿ ਸਕਦੇ। ਲਿਖਣਾ ਤਾਂ ਉਹਨਾਂ ਨੂੰ ਪਸੰਦ ਹੈ, ਲਿਖਦੇ ਨੇ, ਔਰ ਫਿਲਮਾਂ ਜਿਹੜੀਆਂ ਉਹ ਲਿਖਦੇ ਨੇ, ਔਰ ਫਿਲਮ ਤੁਸੀਂ ਦੇਖੀ ਵੀ ਹੈ। ਪਰ ਐਕਚੁਅਲ ਦੇ ਵਿੱਚ ਇਹ ਕੰਮ ਕਿਉਂ ਡੇਵਿਨ ਨੇ ਸ਼ੁਰੂ ਕੀਤਾ, ਕਦੋਂ ਸ਼ੁਰੂ ਕੀਤਾ, ਇਹ ਵੀ ਉਹਨਾਂ ਤੋਂ ਜਾਣਦੇ ਆ। ਸੋ ਡੇਵਿਨ, ਇਹ ਜੋ ਕੰਮ ਦੀ ਮੈਂ ਗੱਲ ਕਰੇ, ਜੋ ਵਿਜ਼ੂਅਲਸ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਏ ਹੈ, ਉਹ ਕੰਮ ਕਦੋਂ ਸ਼ੁਰੂ ਕੀਤਾ ਔਰ ਕੀ ਰੀਜ਼ਨ ਰਿਹਾ ਕਿ ਉਹਨੂੰ ਸ਼ੁਰੂ ਕਰਨਾ ਪਿਆ? ਦੇਖੋ ਜੀ, 5 ਅਗਸਤ ਨੂੰ ਫਿਲਮ ਰਿਲੀਜ਼ ਹੋਈ ਸੀ ਤੁਣਕਾ ਤੇ ਉਹ ਕੰਮ ਮੈਂ ਸ਼ੁਰੂ ਕੀਤਾ ਸੀ 1 ਅਗਸਤ ਤੋਂ। ਮੈਂ ਮਜਬੂਰੀ ਨਹੀਂ ਕਹੂੰਗਾ, ਕੰਮ ਨੂੰ ਮਤਲਬ ਮਜਬੂਰੀ ਨਾਲ ਜੋੜ ਦਿੰਦੇ ਆ, ਕੰਮ ਬੰਦੇ ਨੂੰ ਕਰਨਾ ਚਾਹੀਦਾ, ਹੈ ਨਾ। ਤੇ ਫਿਲਮ ਸਕ੍ਰਿਪਟ ਰਾਈਟਿੰਗ ਉਹ ਵੀ ਮੈਂ ਮਤਲਬ ਕੰਮ ਹੈ ਮੇਰਾ, ਹੈ ਨਾ। ਬਟ ਇੱਕ ਕਾਫੀ ਲੰਮਾ ਟਾਈਮ, ਹੈ ਨਾ, ਸੰਘਰਸ਼ ਕੀਤਾ, ਕੰਮ ਵੀ ਕੀਤਾ, ਬਟ ਕੰਮ ਰੁਜ਼ਗਾਰ ਦਾ ਇੱਕ ਜਿਵੇਂ ਪ੍ਰੋਪਰ ਵਸੀਲਾ ਬਣਦਾ ਹੁੰਦਾ, ਹੈ ਨਾ। ਮੈਂ ਵੀ ਚਾਹੁੰਦਾ ਸੀ ਮੇਰਾ ਵਸੀਲਾ ਬਣੇ, ਬਟ ਉਸ ਟਾਈਮ ਤੱਕ ਨਹੀਂ ਬਣਿਆ ਸੀਗਾ। ਹਾਂ, ਮੈਂ ਹੁਣ ਵੀ ਕਹਿੰਦਾ ਮੈਂ ਹਾਰਦਾ ਨਹੀਂ, ਥੱਕਦਾ ਨਹੀਂ, ਮੈਂ ਫਿਲਮ ਲਾਈਨ ਨੂੰ ਹੀ ਆਪਣੇ ਰੁਜ਼ਗਾਰ ਦਾ ਪ੍ਰੋਪਰ ਵਸੀਲਾ ਬਣਾਊਂਗਾ, ਠੀਕ ਹੈ ਜੀ। ਉਹ ਮੇਰੀ ਡਿਟਰਮੀਨੇਸ਼ਨ ਹੈ। ਤੇ ਇਹ ਕੰਮ ਕਰਨ ਦਾ ਇਹ ਹੋਇਆ ਸੀਗਾ ਜੀ, ਮੈਂ 5 ਸਾਲ ਮੋਹਾਲੀ ਲਾਏ, ਉਸ ਤੋਂ ਪਹਿਲਾਂ ਵੀ ਲਿਖਦਾ ਰਿਹਾ। ਉਹ 30-40+ ਫਿਲਮਾਂ ਦਾ ਜਿਹੜਾ ਜਰਨੀ ਹੈਗੀ ਆ ਉਹ 2015 ਤੋਂ ਪਹਿਲਾਂ ਦੀ ਐਕਚੁਅਲੀ। ਤੇ ਫਿਰ ਉਸ ਦੌਰਾਨ ਮੈਥੋਂ ਫਿਲਮਾਂ ਲਿਖਾ ਲੈਂਦੇ ਸੀ, ਹੈ ਨਾ। ਮੈਂ ਲਿਖਦਾ ਸੀ, ਐਕਚੁਅਲੀ ਨਾ ਲਿਖਣ ਦਾ ਪੈਸ਼ਨ ਸੀ। ਪ੍ਰੋਫੈਸ਼ਨ ਬਾਰੇ ਦੇਖੋ ਜੀ, ਅਸੀਂ ਉਸ ਬੈਕਗਰਾਊਂਡ 'ਚੋਂ ਨਹੀਂ ਆਉਂਦੇ ਵੀ ਜਿੱਥੇ ਆਪਣੀ ਮਤਲਬ ਬੈਕਗਰਾਊਂਡ ਫਿਲਮੀ ਆ ਜਾਂ ਆਪਣੇ ਪਿਓ ਦਾਦੇ, ਹੈ ਨਾ, ਇਸ ਲਾਈਨ ਨਾਲ ਜੁੜੇ ਰਹੇ ਨੇ। ਤੁਹਾਨੂੰ ਕੁਛ ਨਹੀਂ ਪਤਾ ਹੁੰਦਾ ਫਿਲਮ ਬਾਰੇ, ਬਸ ਤੁਹਾਡਾ ਇੱਕ ਹੁੰਦਾ ਵੀ ਅਸੀਂ ਕਰਨਾ। ਅਤੇ ਮੈਨੂੰ ਉਹੀ ਸੀ ਕਿ ਮੈਂ ਕਰਨਾ, ਅਤੇ ਬਹੁਤ ਕੁਛ ਲਿਖਿਆ ਜੀ, ਬਟ ਉਹ ਬਣ ਨਹੀਂ ਸਕਿਆ। 1 ਫਿਲਮ ਨਹੀਂ ਬਣੀ, 2 ਨਹੀਂ ਬਣੀ, 10 ਨਹੀਂ ਬਣੀ, 20 ਨਹੀਂ, ਮਤਲਬ ਬਣ ਹੀ ਨਹੀਂ ਰਹੀ, ਫਿਲਮ ਬਣ ਨਹੀਂ ਰਹੀ। ਬਟ ਮੈਂ ਲੱਗਿਆ ਰਿਹਾ, ਬਟ ਉਹਦੇ ਨਾਲ ਮੈਂ ਹਮੇਸ਼ਾ ਹੀ ਸਾਈਡ ਬਾਈ ਸਾਈਡ ਕੁਛ ਨਾ ਕੁਛ ਕੰਮ ਧੰਦਾ ਵੀ ਕਰਦਾ ਰਿਹਾ। ਅਤੇ ਹਮੇਸ਼ਾ ਕੋਈ ਸ਼ਰਮ ਨਹੀਂ ਕੀਤੀ ਜੀ ਕੰਮ ਧੰਦੇ ਦੇ ਅੰਦਰ, ਹੈ ਨਾ। ਇੱਕ ਸਾਡੇ ਫਿਲਮ ਲਾਈਨ ਦੇ ਅੰਦਰ ਹੁੰਦਾ ਕਿ ਮਤਲਬ ਵੀ ਆਰ ਫਰੋਮ, ਹੈ ਨਾ, ਫਿਲਮ ਮੇਕਿੰਗ, ਅਤੇ ਉਹ ਇੱਕ ਫੁਕਰਾਪਣਾ ਹੀ ਕਹਿ ਸਕਦੇ ਹਾਂ, ਸਾਡੇ ਵਾਲਿਆਂ 'ਚ ਬਹੁਤ ਹੁੰਦਾ, ਅਤੇ ਮੇਰੇ ਅੰਦਰ ਹੈ ਨਹੀਂ ਸੀਗਾ ਜੀ। ਮੈਂ ਸ਼ੁਰੂ ਤੋਂ ਹੀ ਜ਼ਮੀਨ ਨਾਲ ਜੁੜ ਰਿਹਾ, ਅਤੇ ਮੈਂ ਬਹੁਤ ਕੰਮ ਧੰਦੇ ਪਹਿਲਾਂ ਕੀਤੇ, ਬਟ ਉਹਨਾਂ 'ਚ ਵੀ ਕੀ ਹੋ ਗਿਆ ਕਿ ਮੈਂ ਹਰ ਕੰਮ ਧੰਦੇ ਦੇ ਅੰਦਰ ਐਂਡ ਆਫ ਦਾ ਡੇ ਬਹੁਤ ਮਿਹਨਤ ਕਰਨ ਤੋਂ ਬਾਅਦ ਲੋਸ ਸਹਿਨ ਕੀਤੇ। ਉਹ ਲੋਸ ਸਹਿਨ ਕਰਨ ਦਾ ਇਹ ਸੀਗਾ ਜੀ, ਮਿਹਨਤ ਕਰਦਾ ਸੀਗਾ ਬਟ ਆਪਣੀ ਚਾਬੀ ਹੋਰਾਂ ਦੇ ਹੱਥ ਫੜਾ ਦਿੰਦਾ ਸੀਗਾ। ਉਹ ਮੈਂ ਆਪਣੀ ਗਲਤੀ ਮੰਨਦਾ, ਹੈ ਨਾ। ਅਤੇ ਜਿਹੜੇ ਦੇਖ ਰਹੇ ਨੇ, ਸੁਣ ਰਹੇ ਨੇ, ਬਸ ਇੱਕ ਮੇਰੇ ਵੱਲੋਂ ਹੈ ਇੱਕ ਸਲਾਹ ਵੀਰੇ, ਆਪਣੀ ਚਾਬੀ ਕਦੇ ਕਿਸੇ ਦੇ ਹੱਥ ਨਹੀਂ ਫੜਾਉਣੀ, ਆਪਣੀ ਚਾਬੀ ਆਪਣੇ ਹੱਥ ਰੱਖਣੀ ਹੈ ਨਾ। ਜੋ ਗਲਤੀਆਂ ਮੈਂ ਕੀਤੀਆਂ, ਜੇ ਕੋਈ ਨਵਾਂ ਬੱਚਾ ਦੇਖ ਰਿਹਾ, ਸੁਣ ਰਿਹਾ, ਉਹਨਾਂ ਨਹੀਂ ਕਰਨੀ। ਅਤੇ ਫਿਰ ਜੀ ਉਸ ਤੋਂ ਬਾਅਦ ਮੇਰਾ ਇਹ ਹੋਇਆ ਕਿ ਫਾਈਨਲੀ 7-8 ਕੰਮ ਧੰਦਿਆਂ 'ਚ ਮਤਲਬ ਲੋਸ ਸਹਿਨ ਕੀਤਾ ਕਿ ਵੀ ਹੁਣ ਮੈਂ ਪ੍ਰੋਪਰਲੀ ਫਿਲਮ ਰਾਈਟਿੰਗ ਵਾਲੇ ਪਾਸੇ ਹੋਇਆ। ਮੇਰੇ ਘਰੋਂ ਮੈਨੂੰ ਰਿਸਪੌਂਸ ਮਿਲਿਆ। ਮੇਰੀ ਮਿਸਿਜ ਅੱਜ ਤੁਣਕਾ ਤੱਕ ਜੇ ਮੈਂ ਪਹੁੰਚਿਆ, ਉਹਦੇ ਅੰਦਰ ਮੇਰੀ ਮਿਸਿਜ ਦਾ ਬਹੁਤ ਵੱਡਾ ਸਾਥ ਹੈ ਨਾ ਜੀ। ਬਟ ਫਿਰ ਉਹੀ ਗੱਲ ਕਿ ਫਿਰ ਵੀ ਉਸ ਤੋਂ ਬਾਅਦ ਵੀ ਮੈਂ ਉੱਥੇ ਰਹਿ ਕੇ ਜੋ ਵੀ ਕੰਮ ਕੀਤਾ, ਜਿੰਨਾ ਕੀਤਾ, ਅਤੇ ਕੰਮ ਹੀ ਕਰਦਾ ਰਿਹਾ, ਬਟ ਰੁਜ਼ਗਾਰ ਦਾ ਵਸੀਲਾ ਨਹੀਂ ਬਣ ਸਕੀ ਜੀ। ਫਿਰ ਇੱਕ ਟਾਈਮ 'ਤੇ ਆ ਕੇ ਬੰਦੇ ਨੂੰ ਹੁੰਦਾ ਨਾ ਵੀ ਹੁਣ ਨਹੀਂ। ਐਕਚੁਅਲੀ ਮੇਰੇ ਹੌਸਲੇ
ਫਿਰ ਵੀ ਹੈਗੇ ਸੀਗੇ, ਮੈਂ ਫਿਰ ਵੀ ਲੱਗਿਆ ਹੋਇਆ ਸੀ, ਬਟ ਮੇਰੇ ਮਿਸਿਸ ਦੇ ਹੌਸਲੇ ਕਿਤੇ ਟੁੱਟਣ ਲੱਗੇ। ਉਹ ਪਿਛਲੇ 6-7 ਸਾਲਾਂ ਤੋਂ ਮੇਰੇ ਘਰ ਦਾ ਖਰਚਾ ਚਲਾ ਰਹੀ ਆ, ਉਹਦੇ ਮੱਥੇ ਤੇ ਅੱਜ ਤੱਕ ਸ਼ਿਕਨ ਨਹੀਂ ਦੇਖੀ ਮੈਂ। ਬਟ ਹੁਣ ਜੇ ਆ ਕੇ ਜਦੋਂ ਤੁਣਕਾ ਦੀ ਰਿਲੀਜ਼ ਡੇਟ ਨੇੜੇ ਆਉਣ ਲੱਗੀ, ਇੱਕ ਦਿਨ ਉਹਨੇ ਕਿਹਾ ਸੀ ਵੀ ਹੁਣ ਮੈਥੋਂ ਇਕੱਲੀ ਤੋਂ ਔਖਾ ਹੋ ਰਿਹਾ ਵੀ ਪਲੀਜ਼ ਤੁਸੀਂ ਸੋਰਸ ਆਫ ਇਨਕਮ ਦਾ ਕੁਝ ਕਰ ਲਓ, ਵੀ ਫਿਲਮ ਤਾਂ ਆ ਰਹੀ ਹੈ ਨਾ, ਬਟ ਆਪਣੇ ਘਰ ਪੈਸਾ ਨਹੀਂ ਆ ਰਿਹਾ। ਤੇ ਮੈਂ ਕਿਹਾ ਕੋਈ ਦਿੱਕਤ ਨਹੀਂ, ਬਸ ਤੂੰ 2-4 ਦਿਨ ਖੜ ਜਾ। ਤੇ ਮੈਂ ਮਤਲਬ ਡਿਸੀਜਨ ਲਿਆ, ਅਤੇ ਫਿਰ ਆਪਣੇ ਫਰੈਂਡ ਨੇ ਉਹਨਾਂ ਨਾਲ ਡਿਸਕਸ ਕੀਤੀ ਸੀਗੀ ਕਿ ਯਾਰ ਵੀ ਮੈਂ ਕੰਮ ਕਰਨਾ ਹੈ। ਅਤੇ ਮੇਰੇ ਖਨੌਰੀ ਦੇ ਬਹੁਤ ਧੰਨਭਾਗ ਮੇਰੇ ਦੋਸਤ ਨੇ ਜੀ, ਮੇਰੇ ਧੰਨਭਾਗ ਮੈਨੂੰ ਇੱਦਾਂ ਦੋਸਤ ਮਿਲੇ, ਅਤੇ ਮੇਰੇ ਦੋਸਤਾਂ ਨੇ ਮਿਲ ਜੁਲ ਕੇ ਮੇਰਾ ਕੰਮ ਕਰਾਇਆ ਜੀ। ਅਤੇ ਫਿਰ ਮੈਂ 1 ਤਰੀਕ ਤੋਂ ਇਹ ਕੰਮ ਸਟਾਰਟ ਕੀਤਾ। ਤੁਸੀਂ ਕਿਹਾ ਕਿ 7-8 ਪਹਿਲੇ ਕੰਮ ਧੰਦੇ ਤੁਸੀਂ ਵਿੱਚ ਕੀਤੇ, ਉਹ ਕਿਹੜੇ ਕੰਮ ਧੰਦੇ ਸੀਗੇ? ਕਿਸ ਮੈਂ ਜੀ STD ਵੀ ਲਾਈ ਹੋਈ ਹੈ, ਜਦੋਂ ਦੌਰ ਹੁੰਦਾ ਸੀਗਾ 2002-3 ਦੇ ਅੰਦਰ, ਹੈ ਨਾ, 2-3 'ਚ ਤਾਂ ਮੈਂ ਰਣਬੀਰ ਕਾਲਜ ਸਰੂਰ ਪੜ੍ਹਦਾ ਹੁੰਦਾ ਸੀਗਾ। ਅਤੇ ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਤੋਂ ਬਾਅਦ STD ਲਾਈ ਹੈ ਜੀ ਮੈਂ। ਜਿਹੜਾ ਇਹ ਦੂਜਾ ਕਬਾੜ ਹੁੰਦਾ ਗੱਤਾ ਪਲਾਸਟਿਕ, ਹੈ ਨਾ, ਉਹ ਕੰਮ ਕੀਤਾ ਜੀ। ਜਿਹੜੀ ਟਰੈਕਟਰ ਦੇ ਪਿੱਛੇ ਟਰੋਲੀਆਂ ਹੁੰਦੀਆਂ ਨੇ ਉਹਨਾਂ ਨੂੰ ਬਣਾਉਣ ਦਾ ਕੰਮ ਮੈਂ ਉਹ ਕੀਤਾ ਜੀ। ਕਰਿਆਨੇ ਦਾ ਕੰਮ ਕੀਤਾ ਜੀ ਮੈਂ। ਅਤੇ ਲੋਹੇ ਦੀਆਂ ਚਾਦਰਾਂ ਹੁੰਦੀਆਂ ਨੇ ਜੀ, ਜਿਹੜੀ ਟਰੱਕਾਂ 'ਚੋਂ ਲੋਹੇ ਦੀਆਂ ਚਾਦਰਾਂ ਨਿਕਲਦੀਆਂ ਸੈਕਿੰਡ ਹੈਂਡ, ਉਹਨਾਂ ਨੂੰ ਕੱਟਣ ਦਾ ਕੰਮ ਕੀਤਾ ਜੀ। ਇੱਦਾਂ ਕਰਕੇ 1-2 ਕੰਮ ਹੋਰ ਗਏ, ਤਕਰੀਬਨ 7-8 ਕੰਮ ਕੀਤੇ ਨੇ ਜੀ। ਮੋਹਾਲੀ ਜਦੋਂ ਤੁਸੀਂ ਗਏ 2015 ਦੇ ਵਿੱਚ, ਤੁਸੀਂ ਮੈਂ 2015 ਦਸੰਬਰ 'ਚ ਮੋਹਾਲੀ ਗਿਆ ਸੀ। ਮੋਹਾਲੀ ਜਦੋਂ ਗਏ ਹੋ, ਉਸ ਦੌਰਾਨ ਵੀ ਤੁਸੀਂ ਫਿਲਮਾਂ ਤਾਂ ਬਹੁਤ ਲਿਖੀਆਂ ਹੈ ਨਾ, ਉਹੀ ਟਾਈਮ ਸੀ ਜਦੋਂ ਫਿਲਮਾਂ ਤੁਸੀਂ ਬਹੁਤ ਲਿਖੀਆਂ, ਪਰ ਫਿਲਮਾਂ ਦਾ ਰਿਜ਼ਲਟ, ਮਤਲਬ ਲਿਖਣ ਦਾ ਰਿਜ਼ਲਟ ਕੁਝ ਆ ਨਹੀਂ ਰਿਹਾ ਸੀ, ਮਤਲਬ ਕਿ ਫਿਲਮ ਬਣ ਨਹੀਂ ਰਹੀ ਸੀ ਕੋਈ, ਹੈ ਨਾ। ਉਸ ਦੌਰਾਨ ਵੀ ਕੋਈ ਹੋਰ ਕੰਮ ਕਰਨੇ ਪਏ ਆ? ਦੇਖੋ ਜੀ, ਬੰਦਾ ਸਰਵਾਈਵ ਤਾਂ ਕਰਦਾ ਹੀ ਹੈ, ਬੰਦੇ ਨੇ ਪੈਸੇ ਬਿਨਾ ਮਤਲਬ ਗੁਜ਼ਾਰਾ ਚੱਲਦਾ ਨਹੀਂ, ਹੈ ਨਾ, ਇਹ ਤਾਂ ਫੈਕਟ ਹੈ। ਅਤੇ ਫਿਰ ਤੁਸੀਂ ਉਸ ਫੈਕਟ ਨੂੰ ਲੈ ਕੇ ਫਿਰ ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਪੈਂਦਾ ਹੀ ਹੈ, ਅਤੇ ਕਰਨਾ ਚਾਹੀਦਾ ਵੀ ਹੈ ਨਾ। ਅਤੇ ਫਿਰ ਮੈਂ ਉੱਥੇ ਕੁਛ ਗਾਣਿਆਂ 'ਚ ਐਜ਼ ਐਨ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਜੀ, ਅਤੇ ਤਕਰੀਬਨ 18-20 ਗਾਣਿਆਂ ਦੇ ਅੰਦਰ ਮੈਂ ਐਜ਼ ਐਨ ਆਰਟ ਡਾਇਰੈਕਟਰ ਕੰਮ ਕੀਤਾ ਜੀ। ਅਤੇ ਫਿਰ ਉਸ ਤੋਂ ਬਾਅਦ ਐਜ਼ ਅ ਗੋਸਟ ਰਾਈਟਰ ਮੈਂ ਤਕਰੀਬਨ 11-12 ਫਿਲਮਾਂ ਲਿਖੀਆਂ ਜੀ। ਬਟ ਫਿਰ ਉਹੀ ਹੈ, ਮਤਲਬ ਬਟ ਉਹ ਨਾਕਾਫੀ ਸੀ, ਹੈ ਨਾ, ਮਤਲਬ ਫਾਈਨੈਂਸ਼ਲੀ ਨਾਕਾਫੀ ਸੀ ਉਹ। ਅਤੇ ਫਿਰ ਇਹੀ ਸੀਗਾ, ਮਤਲਬ ਵਾਰ-ਵਾਰ ਗੱਲ ਉਹੀ ਜਾਂਦੀ ਵੀ ਫਿਲਮ ਲਾਈਨ ਰੁਜ਼ਗਾਰ ਦਾ ਵਸੀਲਾ ਨਹੀਂ ਬਣ ਸਕੀ। ਫਿਰ ਮੈਂ ਇਹ ਕੰਮ ਤੋਰਿਆ ਜੀ। ਬਟ ਕੋਈ ਡੀਮੋਟੀਵੇਸ਼ਨ ਨਹੀਂ ਹੈਗੀ ਜੀ, ਫਿਲਮ ਲਾਈਨ ਨੂੰ ਹੀ ਪ੍ਰੋਪਰ ਰੁਜ਼ਗਾਰ ਦਾ ਹਿੱਲਾ ਬਣਾਊਂਗਾ। ਅਤੇ ਬਸ ਥੋੜ੍ਹਾ ਜਿਹਾ ਆਈ ਥਿੰਕ ਥੋੜ੍ਹਾ ਜਿਹਾ ਵੇਟ ਕਰਨ ਦੀ ਹੋਰ ਲੋੜ ਹੈ ਜੀ। ਡੇਵਿਨ, ਦਿਮਾਗ ਦੇ ਵਿੱਚ ਤਾਂ ਇਹ ਗੱਲਾਂ ਆਉਂਦੀਆਂ ਹੋਣਗੀਆਂ ਕਿਉਂਕਿ ਵਾਈਫ ਹੈ, ਬੱਚਾ ਹੈ, ਕਿ ਇੱਕ ਜਦੋਂ ਕੁੜੀ ਵਿਆਹ ਕੇ ਆਉਂਦੀ ਹੈ ਨਾ ਕਿਸੇ ਘਰ, ਤੇ ਉਹਦੇ ਬਹੁਤ ਸੁਪਨੇ ਹੁੰਦੇ ਆ, ਕਿਉਂਕਿ ਇਹ ਸਾਡੀ ਸੋਸਾਇਟੀ ਇੱਦਾਂ ਦੀ ਹੈ, ਜਦੋਂ ਅਸੀਂ ਆਪਣੇ ਪੇਕਿਆਂ ਘਰ ਹੁੰਦੇ ਹਾਂ ਤਾਂ ਉਹ ਕਿਹਾ ਜਾਂਦਾ ਕਿ ਜਿਹੜੇ ਤੇਰੇ ਸੁਪਨੇ ਆ ਤੂੰ ਆਪਣੇ ਸਹੁਰਿਆਂ ਘਰ ਜਾ ਕੇ ਪੂਰੇ ਕਰੀਏ, ਤੇਰਾ ਉਹ ਅਸਲੀ ਘਰ ਹੈ। ਜਦੋਂ ਸਹੁਰਿਆਂ ਘਰ ਆ ਕੇ ਕਈ ਵਾਰ ਸਿਚੁਏਸ਼ਨ ਇੱਦਾਂ ਦੀ ਬਣ ਜਾਂਦੀ ਹੈ ਕਿ ਅੱਛੇ ਹਾਲਾਤ ਨਹੀਂ ਰਹਿੰਦੇ, ਫਾਈਨੈਂਸ਼ਲੀ ਅਸੀਂ ਕਹਿ ਰਹੀਏ, ਬਹੁਤ ਚੀਜ਼ਾਂ ਦੇਖਣੀਆਂ, ਔਕੜਾਂ ਬਹੁਤ ਦੇਖਣੀਆਂ ਪੈਂਦੀਆਂ। ਜਦੋਂ ਤੁਸੀਂ ਆਪਣੀ ਵਾਈਫ ਨੂੰ ਸਟਰਗਲ ਕਰਦੇ ਦੇਖਦੇ ਸੀ ਆਪਣੇ ਨਾਲ, ਉਹਨਾਂ ਦਾ ਵੀ ਸਟਰਗਲ ਹੀ ਕਵਾਂਗੇ, ਹੈ ਨਾ, ਉਸ ਵੇਲੇ ਦਿਮਾਗ ਦੇ ਵਿੱਚ ਕੀ ਆਉਂਦਾ ਸੀ ਡੇਵਿਨ ਦੇ? ਦੇਖੋ ਜੀ, ਮੇਰੀ ਸਟਰਗਲ ਜਿਹੜੀ ਰਹੀ ਹੈ ਨਾ, ਜਿੰਨੀ ਮੇਰੀ ਰਹੀ ਹੈ ਉਨੀ ਮੇਰੀ ਮਿਸਿਸ ਦੀ ਰਹੀ ਹੈ ਨਾ। ਮਤਲਬ ਇੰਨੀ ਕੁ ਜ਼ਿੰਮੇਵਾਰੀ ਨਾਲ ਘਰ ਚਲਾਉਣਾ, ਅਤੇ ਮੈਂ ਕਿਹਾ ਵੀ ਮੱਥੇ 'ਤੇ ਸ਼ਿਕਨ ਤੱਕ ਨਹੀਂ ਦੇਖੀ ਇਸ ਲੇਡੀ ਦੇ, ਮੈਂ ਇੰਨੇ ਸਾਲ ਹੋ ਗਏ ਨਾ। ਅਤੇ ਹੁੰਦਾ ਹੀ ਹੈ ਜੀ, ਮੈਂ ਇੱਕ ਜ਼ਿੰਮੇਵਾਰ ਪਿਓ ਹਾਂ, ਜ਼ਿੰਮੇਵਾਰ ਪੁੱਤ ਹਾਂ, ਜ਼ਿੰਮੇਵਾਰ ਪਤੀ ਵੀ ਹਾਂ। ਬਟ ਇੱਕ ਮੇਰਾ ਪੈਸ਼ਨ ਇਹ ਸੀਗਾ ਕਿ ਮੈਂ ਸਕ੍ਰਿਪਟ ਰਾਈਟਿੰਗ ਕਰਨੀ ਹੈ। ਉੱਥੇ ਮੈਨੂੰ ਮੇਰੀ ਮਿਸਿਸ ਦਾ ਸਾਥ ਵੀ ਮਿਲਿਆ, ਅਤੇ ਮੈਂ ਚਲੋ ਉਸ ਪਾਸੇ ਹੋਇਆ ਵੀ। ਬਹੁਤ ਕੁਝ ਚੱਲਦਾ ਜੀ ਅੰਦਰ, ਹੈ ਨਾ। ਇਹਦੇ ਮੂੰਹ ਵੱਲ ਦੇਖਦਾ ਸੀਗਾ ਵੀ ਮੈਂ ਇਹਨੂੰ ਕੁਝ ਕਮਾ ਕੇ ਨਹੀਂ ਦੇ ਰਿਹਾ, ਜੇ ਕੁਝ ਕਮਾਉਂਦਾ ਵੀ ਸੀਗਾ ਕਦੇ ਕਦਾਈ, ਮਤਲਬ ਥੋੜ੍ਹਾ ਬਹੁਤ ਰਲਾ ਦਿੰਦਾ ਸੀ ਇਹਨੂੰ, ਹੈ ਨਾ। ਬਟ ਮੈਂ ਆਪਦੇ ਹੀ ਖਰਚੇ ਕੱਢੇ ਨੇ ਜੀ, ਅਤੇ ਕੁਝ ਖਾਸ ਮਤਲਬ ਰਲਾ ਨਹੀਂ ਸਕਿਆ ਇਹਨੂੰ। ਬਟ ਇਹਨੇ ਭਾਗ ਵਾਲੀ ਨੇ ਕਦੀ ਸ਼ਿਕਾਇਤ ਨਹੀਂ ਕੀਤੀ। ਬਹੁਤ ਕੁਝ ਚੱਲਦਾ ਜੀ, ਉਹ ਸ਼ਬਦਾਂ ਤੋਂ ਬਾਹਰ ਹੈ। ਉਹ ਇਮੋਸ਼ਨਸ ਦੱਸਣੇ, ਸਮਝਾਉਣੇ, ਉਹ ਔਖਾ ਜੀ। ਚੱਲਦਾ ਤਾਂ ਬਹੁਤ ਕੁਛ ਹੈ। ਇੱਕ ਰਾਈਟਰ ਲਈ ਵੀ ਔਖਾ ਹੈ? ਬਿਲਕੁਲ ਔਖਾ ਜੀ। ਰਾਈਟਰ ਹੈਗਾ ਤਾਂ ਇਨਸਾਨ ਹੈ ਜੀ, ਹੈ ਨਾ। ਅਤੇ ਇਹ ਹੈ ਜੀ, ਔਖਾ ਰਿਹਾ ਜੀ। ਬਟ ਐਂ ਨਹੀਂ ਹੈਗਾ ਵੀ ਉਸ ਔਖਾਈ ਕਰਕੇ, ਦੇਖੋ ਜ਼ਿੰਦਗੀ ਦਾ ਤੁਹਾਡੇ ਅੱਗੇ ਹਰ ਰੋਜ਼ ਕੋਈ ਨਾ ਕੋਈ ਰੁਕਾਵਟ ਖੜੀ ਕਰੂਗੀ। ਹੁਣ ਜੇ ਜਾਂ ਤਾਂ ਰੁਕਾਵਟਾਂ ਤੋਂ ਡਰ ਕੇ ਘਰ ਬਹਿ ਜਾਈਏ ਜੀ, ਜਾਂ ਫਿਰ ਆਪਾਂ ਰੁਕਾਵਟਾਂ ਨੂੰ ਮਿੱਧ ਕੇ ਅੱਗੇ ਨਿਕਲੀਏ। ਬਹੁਤ ਲੋਕਾਂ ਦੇ ਨਾਲ ਇੱਦਾਂ ਹੁੰਦਾ ਹੈ ਕਿ ਪੈਸ਼ਨ ਅਤੇ ਜ਼ਿੰਮੇਵਾਰੀਆਂ ਜਿਹੜੀਆਂ ਉਹ ਭਾਰੀਆਂ ਪੈ ਜਾਂਦੀਆਂ। ਤੁਸੀਂ ਵੀ ਇੱਦਾਂ ਦੀਆਂ ਚੀਜ਼ਾਂ ਦੇਖੀਆਂ ਹੋਣੀਆਂ। ਤੁਸੀਂ ਰੋਜ਼ ਕਿਸ ਚੀਜ਼ ਨੂੰ ਸੋਚਦੇ ਸੀਗੇ ਔਰ ਤੁਸੀਂ ਇਹ ਜਿਹੜੀ ਚੀਜ਼ ਹੈ ਆਪਣੇ 'ਤੇ ਨਹੀਂ ਹੋਣ ਦਿੱਤੀ, ਔਰ ਆਪਣੇ ਪੈਸ਼ਨ ਨੂੰ ਜਿਹੜਾ ਹੈ ਉਹ ਹਮੇਸ਼ਾ ਜਗਾ ਕੇ ਰੱਖਿਆ? ਸਹੀ ਕਿਹਾ ਜੀ ਤੁਸੀਂ। ਅਤੇ ਇੱਕ ਮਤਲਬ ਬਹੁਤ ਐਗਜ਼ਾਮਪਲਾਂ ਨੇ ਜੀ ਆਪਣੀ ਸੁਸਾਇਟੀ ਦੇ ਅੰਦਰ।
ਫਿਲਮ ਮੇਕਿੰਗ ਦੀ ਗੱਲ ਨਹੀਂ, ਕਿਸੇ ਵੀ ਕੰਮ ਧੰਦੇ ਦੀ ਗੱਲ ਕਰੀਏ, ਆਪਣੇ ਨੇੜੇ ਤੇੜੇ ਮਿਲ ਜਾਣਗੇ ਲੋਕ ਆਪਾਂ ਨੂੰ ਜਿਹੜੇ ਕਰਨਾ ਕੁਝ ਹੋਰ ਚਾਹੁੰਦੇ ਸੀ, ਬਟ ਜ਼ਿੰਮੇਵਾਰੀਆਂ ਕਰਕੇ ਕੁਝ ਹੋਰ ਕਰਨਾ ਪੈ ਗਿਆ। ਬਸ ਇਹ ਤਾਂ ਹੀ ਲਾ ਲਓ ਜੀ, ਢਿੱਠਪਣਾ ਜੀ ਬਸ, ਜੇ ਮੈਂ ਆਪਣੀ ਗੱਲ ਕਰਾਂ। ਹਾਂ, ਦੱਬਿਆ ਬਹੁਤ ਜੀ, ਕੋਸ਼ਿਸ਼ ਬਹੁਤ ਕੀਤੀ ਸਮੇਂ ਨੇ ਦੱਬਣ ਦੀ, ਇੱਕ ਵਾਰ ਨਹੀਂ ਕੀਤੀ ਜੀ, ਸੈਂਕੜੇ ਵਾਰ ਕੀਤੀ, ਬਟ ਇਹ ਬਸ ਢਿੱਠਪਣਾ ਜੀ, ਜਿੱਦ ਹੈ, ਹੋਰ ਕੁਛ ਨਹੀਂ। ਕਿਹੜੀ ਚੀਜ਼ ਉੱਠਣ ਤੋਂ ਬਾਅਦ ਡੇਵਿਨ ਜੋ ਹੈ ਕਹਿੰਦੇ ਆਪਣੇ ਆਪ ਨੂੰ ਖੁਦ ਤੋਂ ਸ਼ੀਸ਼ੇ ਤੇ ਖੜੇ ਹੋ ਕੇ, ਜਿਹੜਾ ਉਹ ਹੌਸਲਾ ਜਿਹੜਾ ਹਮੇਸ਼ਾ ਬਣਿਆ ਰਹਿੰਦਾ? ਸ਼ੀਸ਼ੇ ਅੱਗੇ ਜਦੋਂ ਮੈਂ ਆਪਣੇ ਆਪ ਨੂੰ ਦੇਖਦਾ ਜੀ, ਕੁਛ ਨਹੀਂ ਹੁੰਦਾ ਜੀ, ਮਤਲਬ ਮੈਂ ਉਹੀ ਮਤਲਬ ਭਾਰੀ ਜਿਹੇ ਸ਼ਬਦ ਕਹਾਂ ਹੈ ਨਾ, ਬਸ ਮੈਂ ਆਪਣੇ ਆਪ ਨੂੰ ਦੇਖਦਾ ਅਤੇ ਆਪਣੇ ਆਪ ਨੂੰ ਇੱਕ ਰਾਈਟਰ ਦੇ ਤੌਰ 'ਤੇ ਦੇਖਦਾ, ਅਤੇ ਬਸ ਐਂ ਹੁੰਦਾ ਕਿ ਮੈਂ ਆਪਣਾ ਕੰਮ ਕਰਾਂ, ਲਿਖਦਾ ਰਹਾਂ, ਮੇਰੀ ਬਸ ਇਹੀ ਜਰਨੀ ਹੋਵੇ, ਜਦੋਂ ਤੱਕ ਮੇਰੇ ਆਖਰੀ ਸਾਹ ਹੋਣ ਮੈਂ ਲਿਖਦਾ ਹੀ ਰਹਾਂ। ਹਾਂਜੀ, ਦੇਖੋ ਜੀ, ਮੈਂ ਨਹੀਂ ਇਕੱਲਾ, ਆਈ ਥਿੰਕ 100 ਦੇ ਅੰਦਰੋਂ 95% ਲੋਕ ਐਕਟਰ ਬਣਨ ਹੀ ਆਉਂਦੇ ਹੋਣੇ, ਹੈ ਨਾ, ਅਤੇ ਮੈਂ ਵੀ ਐਕਟਰ ਬਣਨ ਹੀ ਆਏ ਸੀ। ਸ਼ੁਰੂਆਤ ਹੋਈ ਸੀਗੀ ਕਾਲਜ ਟਾਈਮ ਤੋਂ ਜੀ। 2001 ਦੇ ਅੰਦਰ ਮੈਂ ਸੰਗਰੂਰ ਰਣਬੀਰ ਕਾਲਜ ਸੰਗਰੂਰ 'ਚ ਐਡਮਿਸ਼ਨ ਲਈ ਸੀਗੀ, ਅਤੇ ਉੱਥੇ ਯੂਥ ਫੈਸਟੀਵਲ ਦੇ ਦਿਨਾਂ ਦੇ ਦੌਰਾਨ ਨੋਟਿਸ ਬੋਰਡ 'ਤੇ ਇੱਕ ਨੋਟਿਸ ਲੱਗਿਆ ਕਿ ਸਕਿੱਟ ਅਤੇ ਨਾਟਕਾਂ ਦੇ ਅੰਦਰ ਕੰਮ ਕਰਨ ਲਈ ਕਲਾਕਾਰ ਚਾਹੀਦੇ ਨੇ, ਅਤੇ ਮੈਨੂੰ ਐਂ ਲੱਗਿਆ, ਅੱਛਾ ਯਾਰ, ਮਤਲਬ ਐਕਟਿੰਗ ਵੀ ਹੁੰਦੀ ਹੈ ਯਾਰ, ਵੀ ਐਕਟਿੰਗ ਵੀ ਕਰਾਉਂਦੇ ਕਾਲਜ 'ਚ, ਤਾਂ ਵਧੀਆ, ਕਿਉਂਕਿ ਮੇਰਾ ਇੱਕ ਹੈਗਾ ਸੀ ਫਿਲਮ ਲਾਈਨ ਦੇ ਪ੍ਰਤੀ ਜਿਹੜਾ ਚਾਹਤ, ਉਹ ਪਹਿਲਾਂ ਤੋਂ ਸ਼ੁਰੂ ਹੋ ਗਈ ਸੀਗੀ। ਉਹ ਸ਼ੁਰੂ ਕਿੱਥੋਂ ਹੋਈ ਸੀ, 96 ਦੇ ਅੰਦਰ ਮੇਰੇ ਘਰ ਆਏ ਸੀ ਕਲਰ ਟੈਲੀਵਿਜ਼ਨ ਜੀ, ਅਤੇ ਕਲਰ ਟੈਲੀਵਿਜ਼ਨ ਜਦੋਂ ਆਇਆ, ਕੇਬਲ ਕਨੈਕਸ਼ਨ ਲੱਗਿਆ, ਉਹਦੇ ਨਾਲ ਬਹੁਤ ਸਾਰੇ ਫਿਲਮੀ ਚੈਨਲ ਮਤਲਬ ਪਹਿਲੀ ਵਾਰ ਦੇਖਣ ਨੂੰ ਮਿਲੇ, ਅਤੇ ਫਿਰ ਬਹੁਤ ਫਿਲਮਾਂ ਦੇਖੀਆਂ ਜੀ, ਮਤਲਬ ਆਉਣ ਵਾਲੇ 4-5 ਸਾਲਾਂ ਦੇ ਦੌਰਾਨ, ਹਿੰਦੀ ਪੰਜਾਬੀ, ਮਤਲਬ ਫਿਲਮਾਂ ਦੇਖ ਕੇ ਢੇਰ ਲਾਤਾ ਜੀ ਫਿਲਮਾਂ ਦਾ ਜੀ, ਅਤੇ ਫਿਲਮਾਂ ਦੇ ਪ੍ਰਤੀ ਚਾਹਤ ਪੈਦਾ ਹੋ ਗਈ ਸੀ। ਉਹ ਚਾਹਤ ਕਾਲਜ ਦੇ ਅੰਦਰ ਜਦੋਂ ਨੋਟਿਸ ਬੋਰਡ 'ਤੇ ਨੋਟਿਸ ਦੇਖਿਆ, ਉਹ ਚਾਹਤ ਫਿਰ ਹੋਰ ਜ਼ਿਆਦਾ ਉੱਭਰ ਕੇ ਆ ਗਈ। ਫਿਰ ਟਰਾਇਲ ਹੋਏ ਜੀ ਸਟੂਡੈਂਟਸ ਦੇ, ਅਤੇ ਮੈਂ ਸ਼ੋਲੇ ਫਿਲਮ ਦੇ ਗੱਬਰ ਦਾ ਇੱਕ ਛੋਟਾ ਜਿਹਾ ਐਕਟ ਕੀਤਾ ਸੀਗਾ ਜੀ। ਸਾਡੇ ਪ੍ਰੋਫੈਸਰ ਹੁੰਦੇ ਸੀ ਸਵਰਗੀ ਪ੍ਰੋਫੈਸਰ ਜਸਪਾਲ ਸਿੰਘ ਜੀ ਮਾਨ, ਅਤੇ ਉਹਨਾਂ ਦੀ ਹੱਲਾਸ਼ੇਰੀ ਬਹੁਤ ਰਹੀ ਹੈ ਜੀ, ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ, ਮੇਰਾ ਟਰਾਇਲ ਪਸੰਦ ਆਇਆ, ਅਤੇ ਫਿਰ ਸੰਗਰੂਰ ਕਲਾ ਕੇਂਦਰ ਦੇ ਡਾਇਰੈਕਟਰ ਨੇ ਯਸ਼ ਜੀ, ਉਹਨਾਂ ਨੇ ਸਕਿੱਟ ਵਾਸਤੇ ਅਸੀਂ ਕੋਈ 10-12 ਮੁੰਡੇ ਕੁੜੀਆਂ ਸਿਲੈਕਟ ਕੀਤੇ, ਇੱਕ ਸਕਿੱਟ ਤਿਆਰ ਕਰਨੀ ਸੀ ਗਿਰਗਿਟ, ਅਤੇ ਜਦੋਂ ਫਾਈਨਲੀ 15-20 ਨੂੰ ਸਿਲੈਕਟ ਕਰਕੇ ਫਾਈਨਲ ਜਿਹੜੇ 7-8 ਆਰਟਿਸਟ ਲੈਣੇ ਸੀਗੇ, ਅਤੇ ਉਹਨਾਂ ਦੇ ਅੰਦਰੋਂ ਚਲੋ ਸਿਲੈਕਸ਼ਨ ਹੋ ਰਹੀ ਹੈ ਕਿ ਹਵਲਦਾਰ ਦਾ ਰੋਲ ਤੇਰਾ ਭਾਈ, ਇੰਸਪੈਕਟਰ ਦਾ ਤੇਰਾ, ਚਾਲੇ ਦਾ ਤੇਰਾ, ਐਂ ਕਰਕੇ 6-7 ਮੁੰਡੇ ਕੁੜੀਆਂ ਸਿਲੈਕਟ ਹੋ ਗਏ, ਅਤੇ ਮੈਂ ਬੈਠਾ ਵੀ ਮੇਰਾ ਨੰਬਰ ਕਦੋਂ ਲੱਗੂਗਾ, ਅਤੇ ਸਿਲੈਕਟ ਹੋ ਰਹੇ ਨੇ, ਮੇਰਾ ਨੰਬਰ ਲੱਗ ਨਹੀਂ ਰਿਹਾ, ਅਤੇ ਥੋੜ੍ਹਾ ਜਿਹਾ ਹੋ ਗਿਆ ਵੀ ਡੀਮੋਟੀਵੇਸ਼ਨ ਜੀ। ਬਟ ਫਿਰ ਉਹਨਾਂ ਨੇ, ਯਸ਼ ਜੀ ਨੇ ਕਿਹਾ ਵੀ ਕੁੱਤੇ ਦਾ ਰੋਲ ਹੈ, ਇੱਕ ਕੁੱਤੇ ਦਾ ਰੋਲ ਕੌਣ ਕਰੂਗਾ, ਅਤੇ ਮੈਂ ਹੱਥ ਖੜ੍ਹਾ ਕੀਤਾ ਜੀ। ਅੱਛਾ, ਤੁਸੀਂ ਹੱਥ? ਹਾਂ, ਮੈਂ ਹੁਣ ਨਾ, ਮੈਂ ਕਰੂੰਗਾ, ਅਤੇ ਜੀ ਉਹ ਕੁੱਤੇ ਦਾ ਰੋਲ ਕੀਤਾ, ਅਤੇ ਉਹ ਕੁੱਤੇ ਦਾ ਰੋਲ ਕਰਕੇ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਸਿਲਵਰ ਮੈਡਲ ਲੈ ਕੇ ਆਏ ਸੀਗੇ, ਅਤੇ 21 ਸਾਲ ਬਾਅਦ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੂੰ ਇਹ ਅਵਾਰਡ ਮਿਲਿਆ, ਮਾਣ ਮਿਲਿਆ ਸੀ, ਲਓ ਹੈ ਨਾ, ਯੂਥ ਫੈਸਟੀਵਲਾਂ 'ਚ ਜਿਹੜਾ ਸਕਿੱਟ ਨਾਟਕ ਵਗੈਰਾ ਉਹਨਾਂ 'ਚ ਕੋਈ ਪੋਜੀਸ਼ਨ 21 ਸਾਲ ਬਾਅਦ ਮਿਲੀ ਸੀਗੀ, ਅਤੇ ਮੈਨੂੰ ਮਿਲਿਆ ਸੀ ਕਾਲਜ ਕਲਰ। ਉਸ ਤੋਂ ਬਾਅਦ ਐਕਟਿੰਗ ਦਾ ਹੁੰਦਾ ਹੀ ਹੈ ਬੰਦੇ ਦੇ ਮਨ 'ਚ, ਹੈ ਨਾ, ਜਦੋਂ ਮਤਲਬ ਸ਼ੁਰੂਆਤ ਕੁਛ ਕਰਦੇ ਹਾਂ, ਹੋਰ ਕੀੜਾ ਜਾ ਵਧੀਆ ਸ਼ੁਰੂਆਤ ਹੋ ਜੇ, ਅਤੇ ਫਿਰ ਸੁਖਵਿੰਦਰ ਸੁੱਖੀ ਪਾਤਣਾ, ਪ੍ਰਸਿੱਧ ਰੰਗਕਰਮੀ, ਉਹਨਾਂ ਨੂੰ ਸਾਰੇ ਜਾਣਦੇ ਹੀ ਨੇ, ਮੈਂ ਉਹਨਾਂ ਨਾਲ ਮਿਲਿਆ, ਉਹਨਾਂ ਨਾਲ ਮੁਲਾਕਾਤ ਹੋਈ, ਅਤੇ ਫਿਰ ਮੈਂ ਤਕਰੀਬਨ 2-2.5 ਸਾਲ ਐਜ਼ ਐਨ ਐਕਟਰ ਉਹਨਾਂ ਨਾਲ ਪੰਜਾਬ ਹਰਿਆਣਾ 'ਚ ਬਹੁਤ ਸ਼ੋਅ ਲਾਏ, ਪਰ ਉਹ ਸ਼ੋਅ ਲਾਉਂਦਿਆਂ 2-2.5 ਸਾਲ ਦਾ ਜਿਹੜੀ ਜਰਨੀ ਸੀਗੀ, ਕਿਉਂਕਿ ਨਾਟਕਾਂ ਦੀ ਸਕ੍ਰਿਪਟ ਵੀ ਪੜ੍ਹਦੇ ਸੀ, ਰਸਲਾਂ ਕਰਦੇ ਸੀ, ਉਹ ਮੇਰਾ ਸਕ੍ਰਿਪਟ ਰਾਈਟਿੰਗ ਵੱਲ ਝੁਕਾਅ ਹੋਣ ਲੱਗਿਆ, ਅਤੇ ਮੈਨੂੰ ਇੱਕ ਗੱਲ ਦਾ ਬਿਲਕੁਲ ਕਲੀਅਰ ਹੋਣ ਲੱਗਿਆ ਕਿ ਯੂ ਆਰ ਨੋਟ ਐਨ ਐਕਟਰ, ਵੀ ਠੀਕ ਹੈ, ਐਵਰੇਜ ਜਿਹਾ ਹੈਗਾ, ਠੀਕ ਹੈ, ਨਾ ਤਾਂ ਕਦੇ ਗਾਲਾਂ ਪਈਆਂ, ਹੈ ਨਾ, ਅਤੇ ਨਾ ਕਦੇ ਵੀ ਬਾਹਲੀ ਸ਼ਾਬਾਸ਼ੀ ਜੀ ਮਿਲੀ, ਹੈ ਨਾ, ਵੀ ਠੀਕ ਜਿਹੇ ਐਕਟਰ ਹੈਗੇ ਸੀ, ਬਟ ਉਹ ਭੁਲੇਖਾ ਜਿਹਾ ਛੇਤੀ ਨਿਕਲ ਗਿਆ, ਅਤੇ ਫਿਰ ਮੈਂ ਸਕ੍ਰਿਪਟ ਰਾਈਟਿੰਗ ਵਾਲੇ ਪਾਸੇ ਹੋ ਗਿਆ ਸੀ। ਐਕਸੈਪਟੈਂਸ ਬਹੁਤ ਜ਼ਰੂਰੀ ਹੈ ਹੁੰਦੀ ਹਰ ਚੀਜ਼ ਦੀ, ਔਰ ਬੰਦਾ ਜਦੋਂ ਖੁਦ ਐਕਸੈਪਟ ਕਰ ਲੇ ਉਹ ਵੱਡੀ ਚੀਜ਼ ਹੈ। ਪਰ ਤੁਹਾਡੇ ਦਿਮਾਗ 'ਚ ਕਦੇ ਨਹੀਂ ਆਇਆ ਕਿ ਬਣਨ ਤਾਂ ਮੈਂ ਐਕਟਰ ਆਇਆ ਸੀਗਾ, ਪਰ ਮੈਂ ਹੁਣ ਸਕ੍ਰਿਪਟ ਰਾਈਟਿੰਗ 'ਚ ਆ ਗਿਆ, ਕਿਤੇ ਨਾ ਕਿਤੇ ਉਹ ਜਿਹੜਾ ਇੱਕ ਸ਼ੌਕ ਸੀ ਉਹ ਕਿਤੇ ਰਹਿ ਗਿਆ? ਨਹੀਂ, ਮੈਨੂੰ ਕੋਈ ਮਤਲਬ ਉਸ ਚੀਜ਼ ਦਾ ਪਛਤਾਵਾ ਨਹੀਂ, ਮੈਂ ਤਾਂ ਬਲਕਿ ਠੀਕ ਹੈ, ਮੈਂ ਜ਼ਿਆਦਾ ਭੁਲੇਖੇ 'ਚ ਨਹੀਂ ਰਿਹਾ ਐਜ਼ ਐਨ ਐਕਟਰ, ਫਿਰ ਮੈਂ ਮਤਲਬ ਜ਼ਿਆਦਾ ਆਪਣਾ ਸਮਾਂ ਖਰਾਬ ਕਰਦਾ, ਹੈ ਨਾ, ਉਹ ਤਾਂ ਬਹੁਤ ਚੰਗਾ ਹੋਇਆ ਮੈਂ ਆਪਣੇ ਅੰਦਰ ਦਾ ਇੱਕ ਕਹਿੰਦੇ ਨਾ ਇਨਰ ਇੰਸਟਿੰਕਟ, ਰੀਅਲ ਇਨਰ ਇੰਸਟਿੰਕਟ ਬੰਦੇ ਦੇ, ਹਰ ਬੰਦੇ ਦੇ ਅੰਦਰ ਕੁਛ ਹੁੰਦੇ ਆ, ਹੈ ਨਾ, ਉਹ ਮੈਂ ਛੇਤੀ ਪਛਾਣ ਗਿਆ, ਅਤੇ ਉਹ ਸਕ੍ਰਿਪਟ ਰਾਈਟਿੰਗ ਹੀ ਸੀ ਐਕਚੁਅਲੀ।
ਇਸ ਫਿਲਮ ਨੂੰ ਲੈ ਕੇ ਤੁਨਕਾ ਤੁਨਕਾ ਨੂੰ ਲੈ ਕੇ ਇੱਕ ਅਸੀਂ ਦੇਖਿਆ ਪਿਛਲੇ ਦਿਨ ਇੱਕ ਛੋਟਾ ਜਿਹਾ ਵਿਵਾਦ ਵੀ ਜਿਹੜਾ ਹੈ ਛਿੜ ਗਿਆ ਸੀਗਾ। ਅਸੀਂ ਦੇਖਦੇ ਹਾਂ ਕਿ ਇੱਦਾਂ ਦਾ ਇੱਕ ਮੈਸੇਜ ਪੋਰਟਰੇ ਹੋ ਗਿਆ ਲੋਕਾਂ ਦੇ ਵਿੱਚ ਕਿ ਹਰਦੀਪ ਗਰੇਵਾਲ ਨੇ ਸ਼ਾਇਦ ਨਾਇਨਸਾਫੀ ਕੀਤੀ ਹੈ ਜੇ ਡੇਵਿਨ ਦੇ ਲਈ। ਹਾਲਾਂਕਿ ਤੁਸੀਂ ਉਸ ਚੀਜ਼ ਨੂੰ ਬਿਲਕੁਲ ਕਲੀਅਰ ਵੀ ਕੀਤਾ ਸੀਗਾ ਆਪਣੇ ਸੋਸ਼ਲ ਹੈਂਡਲ ਉੱਤੇ ਵੀ। ਕੀ ਰੀਜ਼ਨ ਲੱਗਦਾ ਹੈ ਕਿ ਕਿਉਂ ਇੱਦਾਂ ਦਾ ਮੈਸੇਜ ਉਹ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਚੱਲ ਗਿਆ? ਦੇਖੋ ਜੀ, ਪੂਰੀ ਇੰਟਰਵਿਊ ਚਾਹੇ ਕੋਈ ਦੁਬਾਰੇ ਸੁਣ ਲੇ, ਮੈਂ ਤਾਂ ਮਤਲਬ ਆਪਦੇ ਮੂੰਹੋਂ ਕਹਿੰਦਾ, ਮੇਰੀ ਉਹ ਪੂਰੀ ਜਿਹੜੀ ਇੰਟਰਵਿਊ ਸੀਗੀ ਉਹ ਟੋਟਲੀ ਮੋਟੀਵੇਸ਼ਨਲ ਸੀ। ਜਦੋਂ ਮੈਂ ਇੰਨੇ ਧੱਕੇ ਖਾ ਕੇ ਹੈ ਨਾ, ਇੰਨਾ ਕੁਝ ਸਹਿਣ ਕਰਕੇ ਅੱਜ ਵੀ ਲਿਖ ਰਿਹਾ, ਉਹ ਵੀ ਇੱਕ ਮੋਟੀਵੇਸ਼ਨ ਹੈ। ਅਤੇ ਇਹੀ ਮੋਟੀਵੇਸ਼ਨ ਮੈਂ ਅੱਗੇ ਸਪਰੈਡ ਕਰਨਾ ਚਾਹੁੰਦਾ ਸੀਗਾ, ਅਤੇ ਉਹ ਕੀਤੀ ਵੀ ਹੈ। ਉਹ ਪਤਾ ਨਹੀਂ, ਮਤਲਬ ਮੈਨੂੰ ਖੁਦ ਨਹੀਂ ਸਮਝਿਆ। ਮੈਂ ਵੀ ਇੰਟਰਵਿਊ ਦੇਖੀ ਆ ਉਹ, ਅਤੇ ਬਹੁਤ ਸ਼ੇਅਰ ਵੀ ਹੋਈ ਹੈ, ਬਟ ਉਹ ਕਿਵੇਂ ਹੋ ਗਿਆ ਅਚਾਨਕ, ਮਤਲਬ ਮੇਰੇ ਵੀ ਕਹਿੰਦੇ ਦਿਮਾਗ ਦੇ ਫਿਊਜ਼ ਉੱਡ ਗਏ ਸੀਗੇ। ਇਹ ਹੋਇਆ ਕੀ ਹੈ? ਫਿਰ ਮਤਲਬ ਅਚਾਨਕ ਮੈਨੂੰ ਮੋਹਾਲੀ ਤੋਂ ਫੋਨ ਆਇਆ, ਅਤੇ ਮੈਂ ਇੱਥੇ ਘਰੇ ਆ ਕੇ ਫਿਰ ਮੈਂ ਕਲੈਰੀਫਿਕੇਸ਼ਨ ਦਿੱਤੀ ਹੈ ਜੀ, ਉਹ ਗਲਤ ਹੈ। ਮਤਲਬ ਮੈਂ ਉਸ ਆਪਣੀ ਵੀਡੀਓ ਬਾਈਟ ਦੇ ਅੰਦਰ ਵੀ ਕਿਹਾ ਸੀਗਾ ਕਿ ਰੋਹ ਦੇ ਅੰਦਰ ਆ ਕੇ ਫਤਵੇ ਸੁਣਾ ਦੇਣਾ ਗਲਤ ਹੈ। ਫਤਵੇ ਆਪਾਂ ਤਾਂ ਸੁਣਾ ਦਿੰਦੇ ਹਾਂ, ਪਰ ਜਿਹਦੇ ਵਾਸਤੇ ਸੁਣਾਏ ਜਾਂਦੇ ਨੇ ਉਹ ਇਨਸਾਨ ਦੇ ਉੱਤੇ ਕੀ ਬੀਤਦੀ ਹੈ। ਹਰਦੀਪ ਗਰੇਵਾਲ ਬਾਈ ਮਤਲਬ ਬਹੁਤ ਸਮਝਦਾਰ ਬੰਦਾ ਹੈ ਨਾ, ਉਹ ਮਤਲਬ ਕੀ ਕਹਾਂ ਮੈਂ, ਸੈਂਸਿਟਿਵ ਹੈ ਬੰਦਾ, ਪੜ੍ਹਿਆ ਲਿਖਿਆ, ਸੂਝਵਾਨ ਹੈ ਨਾ। ਉਹ ਜੋ ਕੁਛ ਹੈ ਹੀ ਨਹੀਂ ਸੀਗਾ ਐਕਚੁਅਲੀ, ਉਹ ਬੰਦਾ ਰੀਅਲ 'ਚ ਉਹ ਇੱਕਦਮ ਅਚਾਨਕ ਜਿਹਾ ਬਣ ਗਿਆ। ਪਰ ਸ਼ੁਕਰ ਹੈ ਚਲੋ ਉਹ ਮੈਟਰ ਛੇਤੀ ਹੀ ਦੱਬਿਆ ਗਿਆ ਜੀ, ਹੈ ਨਾ। ਤਾਂ ਬਸ ਇਹੀ ਹੈ ਜੀ, ਕਿਉਂ ਹੋ ਗਿਆ, ਕਿਵੇਂ ਹੋ ਗਿਆ, ਕੁਛ ਪਤਾ ਹੀ ਨਹੀਂ ਲੱਗਿਆ ਜੀ ਅਚਾਨਕ। ਬਟ ਐਂ ਨਹੀਂ ਹੋਣਾ ਚਾਹੀਦਾ ਆਈ ਥਿੰਕ। ਦੂਜੀ ਗੱਲ ਜੀ, ਸੋਰੀ, ਮਤਲਬ ਉਹ ਇੰਟਰਵਿਊ ਜਿਹੜੀ ਹੋਈ ਸੀ, ਬਹੁਤ ਦਰਸ਼ਕਾਂ ਦਾ ਉਹ ਕਮੈਂਟ ਵਗੈਰਾ ਆਏ ਸੀਗੇ ਐਕਚੁਅਲੀ ਨਾ, ਜਿਨ੍ਹਾਂ ਨੇ ਚਲੋ ਇੱਕ ਸਿੰਪਥੈਟਿਕ ਵੇ 'ਚ ਮੈਨੂੰ ਸਪੋਰਟ ਕੀਤਾ, ਉਹਨਾਂ ਦਾ ਧੰਨਵਾਦ ਵੀਰੇ। ਅਤੇ ਐਕਚੁਅਲੀ 'ਚ ਮੈਨੂੰ ਸਿੰਪਥੀ ਨਹੀਂ ਚਾਹੀਦੀ ਸੀ, ਹੈ ਨਾ। ਮੈਂ ਕੰਮ ਕਰ ਰਿਹਾ, ਮਿਹਨਤਕਸ਼ ਮੇਰੇ ਡੈਡੀ ਰਹੇ ਨੇ, ਮਿਹਨਤਕਸ਼ ਬੰਦਾ ਮੈਂ ਹੈਗਾ, ਮੈਂ ਸਿੰਪਥੀ ਨਹੀਂ ਚਾਹੀਦੀ, ਹੈ ਨਾ। ਅਤੇ ਇਹੀ ਗੱਲ ਮੈਂ ਉਸ ਬਾਈਟ 'ਚ ਵੀ ਕਹੀ ਸੀ। ਉਹ ਸਿੰਪਥੈਟਿਕ ਕਿਵੇਂ ਹੋ ਗਿਆ ਮੈਨੂੰ ਨਹੀਂ ਪਤਾ। ਧੰਨਵਾਦ ਉਸ ਚੀਜ਼ ਲਈ, ਬਟ ਸਿੰਪਥੀ ਨਹੀਂ ਚਾਹੀਦੀ ਵੀਰੇ। ਮੈਂ ਮਿਹਨਤ ਕਰਨ ਵਾਲਾ ਬੰਦਾ, ਆਪਣੀ ਮਿਹਨਤ ਦੇ ਦਮ 'ਤੇ ਕਰਕੇ ਦਿਖਾਊਂਗਾ ਸਭ ਕੁਛ, ਆਪਣੇ ਸੁਪਨੇ ਪੂਰੇ ਕਰੂੰਗਾ, ਅਤੇ ਉਹ ਤੁਹਾਡੇ ਸਾਹਮਣੇ ਵੀ ਆ ਜਾਊਗਾ। ਹੁਣ ਜੋ ਤੁਸੀਂ ਕੰਮ ਕਰ ਰਹੇ ਹੋ, ਹੁਣ ਫਿਲਮ ਨੂੰ ਅੱਛਾ ਰਿਸਪੌਂਸ ਮਿਲਿਆ ਹੈ ਨਾ, ਵਾਹਿਗੁਰੂ ਨੇ ਤੁਹਾਡੀ ਸੁਣੀ ਹੈ ਨਾ। ਔਰ ਇੱਕ ਤੁਹਾਡੀ ਜੋ ਇੰਨੇ ਟਾਈਮ ਤੱਕ ਤੁਸੀਂ ਜ਼ਿੱਦ ਫੜੀ ਹੋਈ ਸੀ ਕਿ ਮੈਂ ਕੁਛ ਨਾ ਕੁਛ ਤਾਂ ਕਰਨਾ ਹੈ ਅਤੇ ਵਧੀਆ ਲਿਖਣਾ ਹੈ ਜਿਹੜਾ ਹੈ ਨਾ, ਔਰ ਵਧੀਆ ਉਹਨੂੰ ਲੋਕ ਪਿਆਰ ਵੀ ਕਰਨਗੇ, ਉਹ ਤਾਂ ਹੁਣ ਮਿਲ ਗਿਆ। ਹੁਣ ਅੱਗੇ ਕੀ ਡੇਵਿਨ, ਤੁਸੀਂ ਉਹ ਕੰਮ ਵੀ ਹਜੇ ਕਰਦੇ ਰਹੋਗੇ? ਜੀ ਬਿਲਕੁਲ, ਉਹ ਕੰਮ ਕਰਦਾ ਰਹੂੰਗਾ। ਦੇਖੋ, ਮੈਂ ਤੁਹਾਨੂੰ ਦੱਸਿਆ ਕਿ ਕੰਮ, ਕੋਈ ਵੀ ਬੰਦਾ ਕੰਮ ਕਰਦਾ, ਪੈਸਾ ਤਾਂ ਇੱਕ ਪ੍ਰਮੁੱਖਤਾ ਹੁੰਦੀ ਹੈ ਨਾ ਜੀ। ਅਤੇ ਉੱਧਰ ਅਜੇ ਨਹੀਂ ਹੋਈ, ਬਟ ਮੈਂ ਅਜੇ ਵੀ ਲੱਗਿਆ ਹੋਇਆ। ਮੇਰੀਆਂ 2 ਸਕ੍ਰਿਪਟਾਂ ਫਾਈਨਲ ਨੇ ਜੀ, ਉਹ ਨੀਅਰ ਅਬਾਊਟ 2022 'ਚ ਸ਼ੂਟ ਹੋਣਗੀਆਂ। ਇੱਕ ਸਕ੍ਰਿਪਟ 'ਤੇ ਆਲਰੇਡੀ ਮੈਂ ਕੰਮ ਕਰ ਰਿਹਾ, ਉਹਨੂੰ ਅਜੇ ਥੋੜ੍ਹਾ ਟਾਈਮ ਲੱਗੂਗਾ, ਤਕਰੀਬਨ ਮਹੀਨਾ 2 ਮਹੀਨਾ ਲੱਗੂਗਾ ਜੀ ਸਕ੍ਰਿਪਟ ਨੂੰ। ਅਤੇ ਲੱਗਿਆ ਹੋਇਆ ਜੀ, ਇਹ ਕੰਮ ਬਿਲਕੁਲ ਕਰਦਾ ਰਹੂੰਗਾ ਜੀ, ਠੀਕ ਹੈ ਨਾ। ਬਟ ਜਦੋਂ ਮੈਨੂੰ ਐਂ ਲੱਗੂਗਾ ਕਿ ਹਾਂ ਹੁਣ ਮੇਰੀ ਫਿਲਮ ਲਾਈਨ ਨੇ ਮੇਰੀ ਪ੍ਰੋਪਰ ਬਾਂਹ ਫੜ ਲਈ, ਹੈ ਨਾ, ਫਿਰ ਮੈਂ ਉਹੀ ਕੰਮ ਕਰੂੰਗਾ ਜੀ। 24 ਘੰਟੇ ਫਿਲਮ ਸਕ੍ਰਿਪਟ ਰਾਈਟਿੰਗ ਹੀ ਕਰੂੰਗਾ। ਹੁਣ ਜਦੋਂ ਤੁਸੀਂ 6-7 ਸਾਲ ਮੋਹਾਲੀ ਰਹੇ, ਉੱਥੇ ਫਿਲਮਾਂ ਲਿਖੀਆਂ ਸੀ, ਉਸ ਦੌਰਾਨ ਕਿਸ ਤਰ੍ਹਾਂ ਦੇ ਬੰਦੇ ਮਿਲੇ ਡੇਵਿਡ ਨੂੰ? ਬਾਂਹ ਫੜਨ ਵਾਲੇ ਮਿਲੇ ਕਿ ਲੱਤਾਂ ਖਿੱਚਣ ਵਾਲੇ ਮਿਲੇ? ਦੇਖੋ ਜੀ, ਇਹ ਹੈਗੀਆਂ 5 ਉਂਗਲਾਂ। ਇਹ ਹਰ ਫੀਲਡ 'ਚ ਜੀ, ਸਿਰਫ ਫਿਲਮ ਲਾਈਨ ਦੀ ਗੱਲ ਨਹੀਂ। ਤੁਸੀਂ ਕੋਈ ਵੀ ਕੰਮ ਧੰਦਾ ਕਰ ਲਓ, ਚੰਗੇ ਮਾੜੇ ਬੰਦੇ ਹਰ ਥਾਂ ਨੇ। ਹੁਣ ਤੁਸੀਂ ਕਿਵੇਂ ਐਡਜਸਟ ਕਰਨਾ ਜੀ ਚੰਗੇ ਬੰਦਿਆਂ ਨਾਲ? ਦੇਖੋ, ਮੇਰਾ ਤਾਂ ਇਹ ਹੈ ਜੀ, ਮਾੜੇ ਬੰਦੇ ਨੂੰ ਮੈਂ ਕਰ ਦਿੰਦਾ ਇਗਨੋਰ, ਚੰਗੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਨਾਲ ਜੁੜ ਕੇ ਰਹਿਣਾ। ਜਿਨ੍ਹਾਂ ਨੇ ਬਾਂਹ ਫੜੀ ਆ, ਸੁਖਵਿੰਦਰ ਧੰਜਲ ਭਾਜੀ, ਜਿਨ੍ਹਾਂ ਤੋਂ ਮੈਂ ਸਕ੍ਰਿਪਟ ਰਾਈਟਿੰਗ ਦਾ ਪਹਿਲਾ ਸਬਕ ਸਿੱਖਿਆ, ਹੈ ਨਾ। ਅਤੇ ਉਹ ਅੱਜ ਵੀ ਮੇਰੇ ਕੰਟੈਕਟ 'ਚ ਨੇ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਉਹ ਪ੍ਰੋਤਸਾਹਿਤ ਕਰਦੇ ਨੇ ਹਮੇਸ਼ਾ। ਸਰਦਾਰ ਸੋਹੀ ਭਾਜੀ ਨਾਲ ਮੈਂ 3-4 ਫਿਲਮਾਂ ਕਰ ਚੁੱਕਿਆ, ਅਤੇ ਭਾਜੀ ਦਾ ਸ਼ੁਰੂ ਤੋਂ ਹੀ ਰਿਹਾ, ਹੈ ਨਾ, ਵਧੀਆ ਮੇਰੇ ਨਾਲ। ਅਤੇ ਹੈਰੀ ਭੱਟੀ ਨੇ ਮੇਰੇ, ਜਦੋਂ ਦਾ ਮੈਂ ਮੋਹਾਲੀ ਗਿਆ ਅਤੇ ਉਸ ਤੋਂ ਪਹਿਲਾਂ ਵੀ, ਅਤੇ ਬਹੁਤ ਵਧੀਆ ਮੇਰਾ ਦੋਸਤ ਹੈ ਹੈਰੀ, ਪ੍ਰੋਫੈਸ਼ਨਲੀ ਵੀ ਬਹੁਤ ਵਧੀਆ। ਅਤੇ ਉਹਨੇ ਮੇਰਾ ਬਹੁਤ ਸਾਥ ਦਿੱਤਾ। 2 ਦੂਣੀ 5 ਦਾ ਰਾਈਟਰ ਜੀਵਾ ਮੇਰੇ ਖਨੌਰੀ ਸ਼ਹਿਰ ਤੋਂ ਹੀ ਹੈ। ਅੰਤਰ ਬਾਈ ਤੁਨਕਾ ਤੁਨਕਾ ਫਿਲਮ ਦੇ ਅੰਦਰ ਹਰਦੀਪ ਗਰੇਵਾਲ ਬਾਈ ਦੇ ਫਰੈਂਡ ਦਾ ਰੋਲ ਕੀਤਾ। ਉਹ 2 ਬੰਦਿਆਂ ਨੇ ਉਹ ਔਖੇ ਸਮੇਂ ਦੇ ਅੰਦਰ ਮੇਰਾ ਬਹੁਤ ਸਾਥ ਦਿੱਤਾ ਜੀ, ਹੈ ਨਾ। ਅਤੇ ਚੰਗੇ ਬੰਦੇ ਥੋੜ੍ਹੇ ਹੀ ਹੋਣ ਜੀ, 5 ਬੰਦੇ 50 ਦੇ ਬਰਾਬਰ ਹੁੰਦੇ ਨੇ, ਹੈ ਨਾ।
ਤੇ ਵਧੀਆ ਬੰਦੇ ਪਤਾ ਕੀ ਹੈ ਜੀ, ਮਾੜੇ ਬੰਦੇ ਨੂੰ ਮੈਂ ਯਾਦ ਨਹੀਂ ਰੱਖਦਾ ਜ਼ਿਆਦਾ ਲੰਬਾ ਚਿਰ, ਚੰਗੇ ਬੰਦੇ ਮੇਰੇ ਨਾਲ ਜਿਹੜੇ ਜੁੜੇ ਨੇ ਉਹ ਸਾਰੀ ਉਮਰ ਜੁੜੇ ਰਹਿਣਗੇ। ਕਦੀ ਡੇਵਨ ਇੱਦਾਂ ਵੀ ਦਿਨ ਦੇਖਣੇ ਪਏ ਕਿ ਇੱਕ ਟਾਈਮ ਦੀ ਰੋਟੀ ਖਾਣੀ ਵੀ ਔਖੀ ਸੀ, ਜਾਂ ਹਮੇਸ਼ਾ ਉਹ ਕੰਮ ਸਮੂਥ ਚੱਲਦਾ ਰਿਹਾ? ਹਾਂ, ਰੋਟੀ ਦੀ ਗੱਲ ਐਕਚੁਅਲੀ ਮੈਂ ਦੱਸਦਾ ਜੀ, ਭੁੱਖ ਹੁੰਦੀ ਹੈ ਦੋ ਤਰ੍ਹਾਂ ਦੀ। ਇੱਕ ਨਾ ਤੁਹਾਡੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ, ਉਹ ਭੁੱਖ ਬਰਦਾਸ਼ਤ ਹੋ ਜਾਂਦੀ ਆ। ਇੱਕ ਤੁਹਾਡੇ ਕੋਲ ਰੋਟੀ ਖਾਣ ਲਈ ਪੈਸੇ ਨਹੀਂ, ਉਹ ਮੈਂ ਭੁੱਖ ਦੇਖੀ ਹੈ, ਮੋਹਾਲੀ ਰਹਿ ਕੇ ਦੇਖੀ ਹੈ। ਬਟ ਉੱਥੇ ਮੈਂ ਉਸ ਜਿਹੜਾ ਮੈਂ ਸਮਾਂ ਹੰਢਾਇਆ ਉੱਥੇ ਮੈਂ ਵਿਚਲਿਤ ਨਹੀਂ ਹੋਇਆ। ਮੈਂ ਨਾ ਇੱਕ ਸਿੰਪੈਥੈਟਿਕ ਵਿਲਨ ਨਹੀਂ ਬਣਿਆ ਉੱਥੇ ਕਿ ਬਈ ਮੇਰੇ ਮਜਬੂਰੀ ਦੇ ਹਾਲਾਤ ਹੋ ਗਏ ਸੀ, ਜਾਂ ਮੈਂ ਮਤਲਬ ਚੋਰੀ ਠੱਗੀ ਬੇਈਮਾਨੀ ਗਲਤ ਰਾਹ ਨਹੀਂ ਪਿਆ। ਮੈਂ ਉਹ ਭੁੱਖ ਬਰਦਾਸ਼ਤ ਕਰਕੇ ਵੀ ਅਡੋਲ ਰਿਹਾ, ਮੈਂ ਗਲਤ ਰਾਹ ਨਹੀਂ ਚੁਣਿਆ। ਠੀਕ ਹੈ ਨਾ ਜੀ। ਅਤੇ ਇਹ ਮੈਂ ਆਪਣੇ ਆਪ ਦੀ ਸ਼ਾਬਾਸ਼ੀ ਸਮਝਦਾ। ਘਰ ਜਦੋਂ ਗੱਲ ਹੁੰਦੀ ਸੀਗੀ, ਘਰਦਿਆਂ ਨੂੰ ਦੱਸਦੇ ਸੀ ਕਿ ਆਹ ਚੀਜ਼ ਮੈਨੂੰ ਦੇਖਣੀ ਪੈ ਰਹੀ ਹੈ ਇੱਥੇ, ਜਾਂ ਮੈਂ ਇਹ ਚੀਜ਼ਾਂ ਹੰਢਾ ਰਿਹਾ ਇੱਥੇ? ਘਰੇ ਨਹੀਂ ਦੱਸਿਆ ਜੀ। ਅੱਜ ਤੁਸੀਂ ਰੋਟੀ ਦਾ ਸਵਾਲ ਪੁੱਛ ਲਿਆ, ਅੱਜ ਮੈਨੂੰ ਕੁਦਰਤੀ ਉਹ ਗੱਲ ਯਾਦ ਆ ਗਈ। ਮੈਂ ਅੱਜ ਤੱਕ ਘਰੇ ਉਹ ਦਿਨ ਨਾ ਦੱਸੇ, ਬੜਾ ਝੂਠ ਬੋਲਿਆ। ਹਾਂਜੀ, ਕਿਵੇਂ ਚੱਲ ਰਿਹਾ? ਹਾਂ ਵਧੀਆ ਚੱਲ ਰਿਹਾ, ਟੈਨਸ਼ਨ ਨਾ ਲਓ ਇਹੋ। ਅਤੇ ਕਿਉਂਕਿ ਜੇ ਸਾਰੇ ਸੱਚ ਦੱਸੇ ਨਹੀਂ ਜਾਂਦੇ ਜੀ ਘਰੇ, ਹੈ ਨਾ, ਕੁਛ ਝੂਠ ਵੀ ਕਈ ਵਾਰ ਕੰਮ ਆਉਂਦੇ ਆ। ਅਤੇ ਝੂਠ ਬੋਲ ਕੇ ਜੇ ਐਂ ਲੱਗਦਾ ਵੀ ਘਰੇ ਟੈਨਸ਼ਨ ਨਹੀਂ ਜਾ ਰਹੀ, ਹੈ ਨਾ, ਅਤੇ ਉਹ ਝੂਠ ਬੋਲ ਦੇਣਾ ਚਾਹੀਦਾ। ਇੱਦਾਂ ਦੇ ਬਹੁਤ ਝੂਠ ਬੋਲਿਆ ਮੈਂ ਘਰੇ। ਹਾਂ, ਪੈਸੇ ਕਮਾ ਰਹੇ, ਟੈਨਸ਼ਨ ਨਾ ਲੈ, ਕੋਈ ਚੱਕਰ ਨਹੀਂ। ਪਰ ਜਦੋਂ ਆਪਣੀ ਜੇਬ ਦੇਖਦੇ ਹੁੰਦੇ ਸੀਗੇ ਉਸ ਟਾਈਮ ਦੇ ਵਿੱਚ, ਜਿੱਦਾਂ ਮੈਂ ਕਿਹਾ ਘਰ ਦੀ ਜ਼ਿੰਮੇਵਾਰੀਆਂ ਵੀ ਸੀਗੀਆਂ, ਹੈ ਨਾ, ਹਾਲਾਂਕਿ ਤੁਹਾਡੀ ਵਾਈਫ ਨੇ ਪੂਰਾ ਤੁਹਾਡਾ ਸਾਥ ਦਿੱਤਾ, ਹੈ ਨਾ, ਉਹਨਾਂ ਨੇ ਜ਼ਿੰਮੇਵਾਰੀ ਚੱਕੀਆਂ ਸੀਗੀਆਂ। ਪਰ ਇੱਕ ਪਿਤਾ ਦੇ, ਇੱਕ ਪਤੀ ਦੇ, ਇੱਕ ਪੁੱਤ ਦੇ ਦਿਮਾਗ ਦੇ ਵਿੱਚ, ਇੱਕ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਤਾਂ ਆਉਂਦੀਆਂ ਹੈ ਕਿ ਮੇਰੇ ਹੱਥ 'ਚ 4 ਪੈਸੇ ਹੋਣ, ਮੈਂ ਆਪਣੇ ਘਰ ਇਹ ਲੈ ਕੇ ਜਾਵਾਂ, ਜਾਂ ਮੈਂ ਆਪਣੇ ਘਰਦਿਆਂ ਨੂੰ ਇਹ ਕਰਾਂ, ਕੋਈ ਦਿਨ ਤਿਉਹਾਰ ਆਇਆ ਅਤੇ ਮੈਂ ਇਹ ਚੀਜ਼ ਉਹਨਾਂ ਨੂੰ ਲੈ ਕੇ ਦੇਵਾਂ। ਹਰ ਕਿਸੇ ਦੀ ਇੱਛਾ ਹੁੰਦੀ ਹੈ, ਹਰ ਕਿਸੇ ਦੀ ਇੱਛਾ ਇਹ ਜਾਗਦੀ ਵੀ ਹੈ ਜਦੋਂ ਵੀ ਚੀਜ਼ਾਂ ਹੁੰਦੀਆਂ। ਉਹ ਟਾਈਮ ਕਿੱਦਾਂ ਤੁਸੀਂ ਹੰਢਾਇਆ ਸਾਰਾ? ਉਸ ਟਾਈਮ ਕਿਹੜੀ ਚੀਜ਼ਾਂ ਨੂੰ ਕੰਟਰੋਲ ਕੀਤਾ? ਮੈਂ ਗੱਲ ਦੱਸਾਂ ਜੀ, ਲੋਕਡਾਊਨ ਦੇ ਅੰਦਰ ਜਦੋਂ ਲੋਕਡਾਊਨ ਲੱਗਿਆ 23 ਮਾਰਚ ਤੋਂ ਬਾਅਦ, ਅਤੇ ਮੈਨੂੰ 26 ਮਾਰਚ ਨੂੰ ਮੈਨੂੰ ਇੱਕ ਸਕ੍ਰਿਪਟ ਦੀ ਆਫਰ ਆ ਗਈ ਸੀਗੀ। ਅਤੇ ਸਾਰਿਆਂ ਨੂੰ ਐਂ ਸੀ ਵੀ ਘਰੇ ਟਾਈਮ ਕਿਵੇਂ ਪਾਸ ਕਰੀਏ। ਅਤੇ ਮੈਨੂੰ ਸਕ੍ਰਿਪਟ ਦੀ ਆਫਰ ਆਈ ਅਤੇ ਮੈਂ ਉਹ ਸਕ੍ਰਿਪਟ ਲਿਖਣੀ ਸ਼ੁਰੂ ਕਰਤੀ ਸੀਗੀ। ਅਤੇ ਚਲੋ ਹੁੰਦਾ ਹੀ ਹੈ ਜੀ, ਮਤਲਬ ਯਾਰ ਦੋਸਤ ਮਿਲਦੇ ਹੁੰਦੇ ਸੀ। ਮੈਂ ਕੈਮਰਾ ਕਹਿੰਦਾ ਵੀ ਲੋਕਡਾਊਨ ਦੇ ਅੰਦਰ ਅਸੀਂ ਭਾਈ ਰੂਲ ਬ੍ਰੇਕ ਕਿੱਥੇ ਹੈ। ਠੀਕ ਹੈ, ਅਸੀਂ 3-4 ਯਾਰ ਦੋਸਤ ਹੈਗੇ ਸੀ, ਫਿਰ ਵੀ ਮਤਲਬ 1-2 ਦਿਨ ਬਾਅਦ ਇਕੱਠੇ ਹੋ ਜਾਂਦੇ ਸੀ, ਘਰ ਨੇੜੇ ਸਾਡੇ। ਅਤੇ ਹੁਣ ਉਹ ਫਾਈਨੈਂਸ਼ਲੀ ਠੀਕ ਨੇ ਸਾਰੇ, ਹੈ ਨਾ। ਉੱਥੇ ਜਦੋਂ ਹੁੰਦੇ ਸੀ, ਸਾਡੇ ਇੱਕ ਦੋਸਤ ਹੈ ਸਿੱਪੀ, ਉਹਦੀ ਖੁਦ ਦੀ ਫਰੂਟ ਦੀ ਦੁਕਾਨ ਹੈ। ਦੁਕਾਨਾਂ ਤਾਂ ਬੰਦ ਸੀਗੀਆਂ, ਚਲੋ ਆਪਣੇ ਘਰ ਹੀ ਫਰੂਟ ਦਾ ਚੱਲਦਾ ਰਹਿੰਦਾ ਸੀ ਉਹਨਾਂ ਦਾ। ਅਤੇ ਸਾਰੇ ਦੋਸਤ ਫਰੂਟ ਵਗੈਰਾ ਲੈ ਕੇ ਜਾਂਦੇ ਸੀਗੇ। ਹੁਣ ਇਸ ਗੱਲ ਨੂੰ ਸਿੰਪੈਥੈਟਿਕ ਨਾ ਲਿਓ ਪਲੀਜ਼, ਆ ਮੇਰੀ ਇੱਕ ਜ਼ਿੰਦਗੀ ਦਾ ਤਜਰਬਾ। ਅਤੇ ਮੈਂ ਘਰੇ ਨਹੀਂ ਲੈ ਕੇ ਜਾ ਸਕਿਆ। ਇਹ ਗੱਲ ਸਿਰਫ ਲੋਕਡਾਊਨ ਦੀ ਨਹੀਂ ਹੈਗੀ, ਮੇਰਾ ਵੀ ਜੀਅ ਕਰਦਾ ਸੀ ਵੀ ਮੈਂ ਆਪਣੇ ਬੱਚੇ ਵਾਸਤੇ ਕੁਛ ਸੇਬ ਸੰਤਰੇ ਨਾਲ ਲੈ ਕੇ ਜਾਵਾਂ, ਹੈ ਨਾ। ਅਤੇ ਇੱਦਾਂ ਦਾ ਸਮਾਂ ਮੋਹਾਲੀ ਤੋਂ ਲੈ ਕੇ ਮਤਲਬ ਹੁਣ ਪਿਛਲੇ ਸਮੇਂ ਤੱਕ ਬਹੁਤ ਹੰਢਾਇਆ। ਮਤਲਬ ਜੀਅ ਕਰਦਾ ਆਪਣੇ ਬੱਚੇ ਨੂੰ ਨਾਲ ਲੈ ਕੇ, ਚੱਲ ਵੀ ਗੋਲ ਗੱਪੇ ਖਵਾ ਕੇ ਲਿਆਈਏ, ਹੈ ਨਾ, ਕੁਛ ਬਾਜ਼ਾਰ 'ਚ ਕੁਝ ਬਰਗਰ ਖਵਾ ਲਈਏ। ਉਹ ਚੀਜ਼ਾਂ ਸਹਿਣ ਕੀਤੀਆਂ। ਬੱਚੇ ਨੂੰ ਕਮੀ ਨਹੀਂ ਰਹਿਣ ਦਿੱਤੀ ਮੇਰੀ ਮਿਸਿਸ ਨੇ ਕਿਸੇ ਚੀਜ਼ ਦੀ ਵੀ ਅੱਜ ਤੱਕ, ਖਾਣ ਪੀਣ ਦੇ। ਪਰ ਇੱਕ ਪਿਓ ਦੀ ਇੱਛਾ ਹੁੰਦੀ ਆ ਵੀ ਮੈਂ ਆਪਣੇ ਬੱਚੇ ਨਾਲ ਇਹ ਕਰਾਂ, ਉਹ ਕਰਾਂ, ਮੈਂ ਕੁਛ ਖੇਡ ਖਿਡੌਣੇ ਲਿਆ ਕੇ ਦੇਵਾਂ। ਉਹਦਾ ਨਿਕਲ ਗਿਆ ਜੀ ਸਮਾਂ, ਹੈ ਨਾ, ਬੱਚਾ ਵੱਡਾ ਹੋ ਰਿਹਾ ਹੁਣ। ਬਟ ਜੀਅ ਬਹੁਤ ਕਰਦਾ ਸੀ ਕਿ ਆਪਣੇ ਬੱਚੇ ਵਾਸਤੇ ਕੁਛ ਕਰਾਂ, ਨਹੀਂ ਕਰ ਸਕਿਆ ਚਲੋ, ਬਟ ਮਿਹਨਤ ਕਰ ਰਿਹਾ ਸੀ ਵੀ ਹੁਣ ਨਹੀਂ ਮਿਹਨਤ ਦਾ ਮਿਲ ਰਿਹਾ, ਮੈਂ ਕੀ ਕਰਾਂ, ਹੈ ਨਾ। ਹੁਣ ਜਦੋਂ ਤੁਨਕਾ ਫਿਲਮ ਰਿਲੀਜ਼ ਹੋਈ, ਤੁਸੀਂ ਗਏ ਉਹਨਾਂ ਨੂੰ ਲੈ ਕੇ ਥੀਏਟਰਸ ਵਿੱਚ? ਦੇਖੀ ਤੁਸੀਂ ਫਿਲਮ ਹਜੇ ਤੱਕ ਫੈਮਿਲੀ ਨਾਲ? ਗਿਆ ਸੀਗਾ ਜੀ। ਮੇਰੇ ਖਨੌਰੀ ਤੋਂ ਤਕਰੀਬਨ 10-15 ਫੈਮਲੀਆਂ, ਮੇਰੇ 20-25 ਯਾਰ ਮਿੱਤਰ। ਅਸੀਂ ਮਤਲਬ ਅੱਧੇ ਤੋਂ ਜ਼ਿਆਦਾ ਹਾਲ ਦਾ ਅਸੀਂ ਫੁੱਲ ਕਰਤਾ ਸੀਗਾ ਜੀ। ਅੱਛਾ। ਹਾਂਜੀ। ਉਸ ਵੇਲੇ ਕਿੰਨੀ ਖੁਸ਼ੀ ਹੋਈ, ਕਿੰਨਾ ਖੁਦ 'ਤੇ ਪ੍ਰਾਊਡ ਫੀਲ ਹੋਇਆ ਕਿ ਮੈਂ ਫਾਈਨਲੀ ਉਹ ਚੀਜ਼ ਕਰ ਲਈ ਜੋ ਮੈਂ ਚਾਹੁੰਦਾ ਸੀ? ਮੈਥੋਂ ਜ਼ਿਆਦਾ ਆਈ ਥਿੰਕ ਮੇਰੀ ਮਿਸਿਜ਼ ਨੂੰ ਪ੍ਰਾਊਡ ਫੀਲ ਹੋਇਆ ਜੀ। ਹਾਂਜੀ, ਸੁਪਨਾ ਹੁੰਦਾ ਵੱਡੇ ਪਰਦੇ 'ਤੇ ਆਪਣਾ ਨਾਂ ਦੇਖਣ ਦਾ, ਹੈ ਨਾ। ਅਤੇ 16 ਸਾਲ ਲੱਗੇ ਜੀ। ਉਸ 2005 'ਚ ਇੱਕ ਸੁਪਨਾ ਲਿਆ ਸੀ ਐਜ਼ ਏ ਰਾਈਟਰ, ਅਤੇ 2021 'ਚ ਪੂਰਾ ਹੋਇਆ। ਅਤੇ ਓਬਵੀਅਸਲੀ ਖੁਸ਼ੀ ਹੋਈ, ਪਰ ਮੈਥੋਂ ਜ਼ਿਆਦਾ ਮੇਰੀ ਮਿਸਿਜ਼ ਨੂੰ ਮਾਣ ਮਹਿਸੂਸ ਹੋਇਆ ਜਦੋਂ ਮੇਰਾ ਨਾਂ ਆਇਆ ਅਤੇ ਉਹਨੇ ਮੇਰੇ ਹੱਥ 'ਤੇ ਹੱਥ ਰੱਖਿਆ। ਹੁਣ ਜਿਹੜੀ ਤੁਸੀਂ ਆਪਣੇ ਫਿਲਮਾਂ ਜੋ ਲਿਖ ਰਹੇ ਹੋ, ਜਦੋਂ ਸਕ੍ਰਿਪਟਸ ਲਿਖ ਰਹੇ ਹੋ,
ਉਹ ਜਿੱਥੇ ਕੰਮ ਕਰ ਰਹੇ ਹੋ ਅੱਜ ਕੱਲ੍ਹ, ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਹੈ, ਉੱਥੇ ਜਾ ਕੇ ਲਿਖਦੇ ਹੋ ਜਾਂ ਕਿਤੇ ਇਕਾਂਤ 'ਚ ਤੁਹਾਨੂੰ ਚਾਹੀਦੀ ਹੁੰਦੀ? ਦੇਖੋ ਜੀ, ਮੈਂ ਕੰਮ ਕਰਨ ਵਾਲਾ ਬੰਦਾ ਜੀ, ਬਚਪਨ ਤੋਂ ਲੈ ਕੇ ਕੰਮ ਕਰਦਾ ਰਿਹਾ। ਕੰਮ ਬਿਨਾਂ ਤਾਂ ਮਤਲਬ ਵਿਹਲਾ ਮੈਥੋਂ ਬੈਠਾ ਨਹੀਂ ਜਾਂਦਾ, ਪਰ ਮੇਰੀ ਐਸੇ ਹਾਲਾਤ ਹੋ ਗਏ ਸੀ ਵੀ ਮੈਨੂੰ ਵਿਹਲਾ ਬਹਿਣਾ ਪੈ ਗਿਆ। ਪਰ ਚਲੋ ਮੈਂ ਕੰਮ ਕਰ ਲਿਆ ਫਿਰ ਵੀ। ਉਹ ਤੋਂ ਬਾਅਦ ਹੁਣ ਉਹ ਕਰਮ ਭੂਮੀ ਹੈ ਜੀ ਮੇਰੀ। ਮੈਂ ਸਵੇਰੇ 5:30 6 ਵਜੇ ਚਲਾ ਜਾਂਦਾ ਜੀ, ਅਤੇ ਤਕਰੀਬਨ ਮੈਂ 9 9:30 10 ਵਜੇ ਘਰੇ ਆਉਣਾ। ਮੇਰਾ ਉੱਥੇ ਬਹੁਤ ਜੀਅ ਲੱਗਦਾ ਜੀ। ਉਹ ਕੰਮ ਵੀ ਕਰਦਾ, ਨਾਲ ਨਾਲ ਲਿਖਦਾ ਵੀ ਹਾਂ। ਕਦੀ ਹੱਥ 'ਚ ਪੇਚਕਸ ਹੁੰਦਾ ਜੀ, ਕਦੀ ਕਾਗਜ਼ ਪੈਨ ਹੁੰਦਾ, ਕਦੀ ਪੇਚਕਸ ਹੁੰਦਾ, ਕਦੀ ਕਾਗਜ਼ ਪੈਨ ਹੁੰਦਾ, ਅਤੇ ਚੱਲਦਾ ਹੀ ਰਹਿੰਦਾ ਜੀ। ਹੱਥ ਚੱਲਦੇ ਰਹਿੰਦੇ ਨੇ ਜੀ, ਕਦੀ ਲੈਪਟੋਪ 'ਤੇ ਚੱਲਦੇ ਰਹਿੰਦੇ ਨੇ, ਕਦੀ ਕਾਗਜ਼ ਪੈਨ 'ਤੇ, ਕਦੀ ਪੇਚਕਸ ਪਲਾਸ ਨਾਲ ਮੱਥਾ ਮਾਰੀ ਜਾਈਦਾ, ਲੋਹੇ ਨਾਲ ਲੋਹਾ ਹੁੰਦੇ ਰਹਿੰਦੇ ਆ। ਅਤੇ ਵਧੀਆ ਜੀ, ਮਜ਼ਾ ਆ ਰਿਹਾ ਕੰਮ ਕਰਕੇ। ਦੋਨੇ ਕੰਮ ਕਰ ਰਹੇ ਹਾਂ ਜੀ ਨਾਲ ਨਾਲ। ਜਿਹੜੀ 40 ਤੋਂ ਪਲੱਸ ਫਿਲਮਾਂ ਲਿਖੀਆਂ ਹੋਈਆਂ ਨੇ, ਜੋ ਸਕ੍ਰਿਪਟਸ ਪਈਆਂ ਹੋਈਆਂ ਨੇ, ਜਾਂ ਜਿਹੜਾ ਵੀ ਤੁਸੀਂ ਕੰਮ ਕੀਤਾ ਹੁਣ ਤੱਕ ਉਹ ਪਿਆ ਹੈ, ਉਹ ਇਨ ਫਿਊਚਰ ਹੈ ਕੋਈ ਪਲਾਨ ਕਿ ਉਹ? ਮੈਂ ਦੱਸਦਾ ਜੀ, ਦੇਖੋ ਜਦੋਂ ਤੁਸੀਂ ਮੈਂ ਅੱਜ ਕੋਈ ਸਕ੍ਰਿਪਟ ਲਿਖਤੀ, ਉਹ ਆਉਣ ਵਾਲੇ ਮਤਲਬ 6 ਮਹੀਨੇ ਸਾਲ, ਮਤਲਬ 2 ਸਾਲ 3 ਸਾਲ ਨਹੀਂ ਬਣੀ ਨਾ, ਤਾਂ ਉਹਦੀ ਸਾਰਥਕਤਾ ਖਤਮ ਹੋ ਜਾਂਦੀ ਹੈ। ਉਹ ਜਿਹੜਾ ਕੰਟੈਂਟ ਆ, ਉਹ ਜਿਹੜਾ ਮੁੱਦਾ, ਹੋ ਸਕਦਾ 2-3 ਸਾਲ ਬਾਅਦ ਉਹ ਮੁੱਦਾ ਹੀ ਨਾ ਰਹੇ, ਹੈ ਨਾ। ਦੂਜਾ, ਇੱਕ ਟੇਸਟ ਚੇਂਜ ਹੋ ਜਾਂਦਾ ਜੀ ਆਡੀਅנס ਦਾ, ਸਿਨੇਮਾ ਚੇਂਜ ਹੋ ਜਾਂਦਾ। ਜੇ ਮੈਂ ਉਹਨਾਂ 40 ਸਕ੍ਰਿਪਟਾਂ ਦੀ ਗੱਲ ਕਰਾਂ, ਆਈ ਥਿੰਕ ਮੁਸ਼ਕਿਲ ਨਾਲ 2-4 ਸਕ੍ਰਿਪਟਾਂ ਹੋਣਗੀਆਂ ਜਿਨ੍ਹਾਂ ਨੂੰ ਮੈਂ ਅੱਜ ਦੇ ਟਾਈਮ 'ਚ ਢਾਲ ਸਕੂੰਗਾ। ਉਹ ਵੇਸਟ ਹੈ ਜੀ। ਉਹ ਜ਼ਰੂਰ ਮੈਨੂੰ ਕਿਤੇ ਨਾ ਕਿਤੇ ਦੁੱਖ ਹੁੰਦਾ ਵੀ ਉਹ ਕਿਤੇ ਟਾਈਮ ਨਾਲ ਬਣ ਜਾਂਦੀ। ਉਹ ਜਿਹੜੇ ਕੰਟੈਂਟ ਸੀਗੇ, ਉਹ ਮੁੱਦੇ ਸੀਗੇ, ਉਸ ਟਾਈਮ ਦੇ ਸੀਗੇ, ਹੈ ਨਾ। ਉਹ ਅੱਜ ਦੇ ਟਾਈਮ 'ਚ ਪ੍ਰਾਸੰਗਿਕ ਨਹੀਂ ਹੈਗੇ। ਉਹ ਜਸਟ ਇੱਕ ਹੁਣ ਐਂ ਲਾ ਲਓ ਵੀ ਉਹ ਵੇਸਟ ਹੈ। ਕਦੇ ਫਿਊਰੀਅਸ ਵੀ ਹੋਏ ਇਹਨਾਂ ਚੀਜ਼ਾਂ ਨੂੰ ਦੇਖ ਕੇ ਕਿ ਮੇਰੇ ਨਾਲ ਇਹ ਚੀਜ਼ਾਂ ਹੋ ਰਹੀਆਂ? ਕਦੀ ਦਿਲ 'ਚ ਗੁੱਸਾ ਆਇਆ? ਕਦੀ ਗੁੱਸਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ? ਹਾਂ, ਆਪਣੇ ਆਪ ਨਾਲ ਜ਼ਰੂਰ ਹੋਇਆ ਜੀ ਕਈ ਵਾਰ ਵੀ ਤੇਰੇ ਨਾਲ ਹੀ ਕਿਉਂ ਹੋ ਰਿਹਾ, ਹੈ ਨਾ। ਜਦੋਂ ਹੋਰਾਂ ਨੂੰ ਵੀ ਦੇਖਦੇ, ਦੇਖੋ ਸਟਰਗਲ ਸਾਰੇ ਕਰਦੇ ਜੀ। ਬਹੁਤ ਐਗਜ਼ਾਮਪਲ ਆਪਣੀ ਫਿਲਮ ਲਾਈਨ ਦੇ ਅੰਦਰ ਇੱਦਾਂ ਦੀਆਂ ਹੈਗੀਆਂ। ਮੈਨੂੰ 16 ਸਾਲ ਲੱਗੇ ਆ। ਸੁਖਵਿੰਦਰ ਧੰਜਲ ਭਾਜੀ, ਉਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਮੈਨੂੰ ਆਪਣੀ ਪਹਿਲੀ ਫਿਲਮ ਤੱਕ ਪਹੁੰਚਣ 'ਚ 13 ਸਾਲ ਲੱਗੇ। ਹੋਰ ਗੱਲ ਕਰਾਂ, ਸਰਦਾਰ ਸੋਹੀ ਭਾਜੀ, BN ਸ਼ਰਮਾ ਭਾਜੀ, ਹੈ ਨਾ, ਉਹ ਬਜ਼ੁਰਗ ਹੋ ਗਏ ਅੱਜ, ਕਿਹੜੇ ਟਾਈਮਾਂ ਦੇ ਉਹ ਲੱਗੇ ਹੋਏ ਨੇ। ਮਤਲਬ ਮੇਰਾ ਤਾਂ ਕੁਛ ਵੀ ਨਹੀਂ ਹੈਗਾ, ਮਤਲਬ ਸੰਘਰਸ਼ ਉਹਨਾਂ ਅੱਗੇ। ਉਹਨਾਂ ਵਰਗਿਆਂ ਨੂੰ ਦੇਖ ਕੇ ਫਿਰ ਸਾਨੂੰ ਪ੍ਰੇਰਨਾ ਮਿਲਦੀ ਹੈ ਵੀ ਨੈਵਰ ਗਿਵ ਅਪ, ਨੈਵਰ ਕੁਇਟ, ਲੱਗੇ ਰਹੋ। ਅਤੇ ਇੱਕ ਮੈਨੂੰ ਹੈਰੀ ਭੱਟੀ ਨੇ ਬਹੁਤ ਸੋਹਣੀ ਗੱਲ ਕਹੀ ਸੀ ਕਿ ਸਾਰੀ ਦੁਨੀਆ ਤੁਹਾਨੂੰ ਧੋਖਾ ਦੇ ਜਾਊਗੀ ਇੱਕ ਦਿਨ, ਬਟ ਅਗਰ ਤੁਸੀਂ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਡੈਡੀਕੇਟਡ ਹੋ, ਇਮਾਨਦਾਰ ਹੋ ਅਤੇ ਗਿਵ ਅਪ ਨਹੀਂ ਕਰਦੇ, ਤਾਂ ਤੁਹਾਡਾ ਪ੍ਰੋਫੈਸ਼ਨ ਇੱਕ ਦਿਨ ਤੁਹਾਡੀ ਬਾਂਹ ਜ਼ਰੂਰ ਫੜੇਗਾ। ਮੈਨੂੰ ਲੱਗਦਾ ਬਿਲਕੁਲ ਫੜੂਗਾ ਵੀ। ਤੁਸੀਂ ਮਿਹਨਤ ਕਰਦੇ ਹੋ, ਕਹਿੰਦੇ ਚਾਹੇ ਲੇਟ ਫਲ ਮਿਲੇ, ਪਰ ਮਿਲਦਾ ਜ਼ਰੂਰ ਹੈ। ਮਿਲਦਾ ਜ਼ਰੂਰ ਹੈ। ਦੇਖੋ ਜੀ, ਜੇ ਤਾਂ ਛੱਡ ਦੋਗੇ, ਗਿਵ ਅਪ ਕਰ ਦੋਗੇ, ਫਿਰ ਤਾਂ ਫੀਲਡ ਦਾ ਵੀ ਕੀ ਕਸੂਰ ਹੈ। ਪਰ ਜੇ ਲੱਗੇ ਰਹੋਗੇ ਜੀ, ਫਿਰ ਲੱਗੇ ਰਹੋ, ਭੁੱਖਾਂ ਤਰੇਹਾਂ ਜਰੋ, ਫੁੱਟਪਾਥ 'ਤੇ ਸੋ, ਕੁਛ ਮਰਜ਼ੀ ਕਰੋ, ਲੱਗੇ ਰਹੋ, ਦਿਨ ਆਉਣਗੇ। ਥੈਂਕ ਯੂ ਸੋ ਮਚ ਡੇਵਿਨ, ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਬਹੁਤ ਹੌਸਲਾ ਮਿਲਦਾ ਤੁਹਾਡੀ ਗੱਲਾਂ ਸੁਣ ਕੇ, ਔਰ ਉਮੀਦ ਜਾਗਦੀ ਹੈ ਕਿ ਜੇਕਰ ਤੁਸੀਂ ਵੀ ਹੌਸਲਾ ਰੱਖੋਗੇ ਔਰ ਜੇ ਤੁਸੀਂ ਵੀ ਚਾਹੋਗੇ ਕਿ ਮੈਂ ਵਾਕਈ ਕੋਈ ਕੰਮ ਕਰਨਾ ਹੈ, ਤਾਂ ਉਹ ਜ਼ਰੂਰ ਪੂਰਾ ਹੋਊਗਾ ਜੇ ਤੁਸੀਂ ਮਿਹਨਤ ਕਰਦੇ ਰਹੋਗੇ। ਔਰ ਜਿੱਦਾਂ ਕਿ ਡੇਵਿਨ ਨੇ ਵੀ ਕਿਹਾ ਕਿ ਇੰਨੇ ਸਾਲਾਂ ਦੇ ਵਿੱਚ ਉਹਨਾਂ ਦਾ ਕਦੀ ਹੌਸਲਾ ਨਹੀਂ ਟੁੱਟਿਆ। ਬਾਕੀ ਚਾਹੇ ਉਹਨਾਂ ਨੇ ਚੀਜ਼ਾਂ ਸੋਚੀਆਂ ਜ਼ਰੂਰ ਹੋਣਗੀਆਂ, ਪਰ ਹੌਸਲਾ ਕਦੀ ਨਹੀਂ ਟੁੱਟਿਆ। ਸੋ ਇਹ ਇੱਕ ਅੱਛੀ ਇੰਸਪੀਰੇਸ਼ਨ, ਮੈਨੂੰ ਲੱਗਦਾ ਇੰਸਪੀਰੇਸ਼ਨਲ ਚੀਜ਼ ਹੈ, ਇੱਕ ਅੱਛੀ ਮੋਟੀਵੇਟ ਕਰਨ ਵਾਲੀ ਗੱਲ ਹੈ। ਹਰ ਕਿਸੇ ਨੂੰ ਆਪਣੇ 'ਤੇ ਜਿਹੜੀ ਹੈ ਅਜ਼ਮਾਉਣੀ ਵੀ ਚਾਹੀਦੀ ਹੈ, ਚਾਹੇ ਲੱਖ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ, ਜਿੰਨੀਆਂ ਮਰਜ਼ੀ ਔਕੜਾਂ ਆਉਣ। ਜੇ ਤੁਸੀਂ ਸੋਚ ਲਿਆ ਇੱਕ ਵਾਰ ਕਿ ਮੈਂ ਇਹ ਕੰਮ ਕਰਕੇ ਰਹਿਣਾ ਹੈ, ਤਾਂ ਤੁਸੀਂ ਜ਼ਰੂਰ ਕਰੋਗੇ। ਰਿਜ਼ਲਟ ਜਿੱਦਾਂ ਕਿਹਾ ਕਿ ਕਈ ਵਾਰ ਜਲਦੀ ਤੁਹਾਨੂੰ ਉਹਦਾ ਫਲ ਵੀ ਮਿਲ ਜਾਂਦਾ, ਕਈ ਵਾਰ ਟਾਈਮ ਲੱਗ ਜਾਂਦਾ, ਪਰ ਮਿਹਨਤ ਜਿਹੜੀ ਆ ਹਮੇਸ਼ਾ ਉਹ ਕਰਨੀ ਜ਼ਰੂਰੀ ਹੈ, ਕਿਉਂਕਿ ਮਿਹਨਤ ਦਾ ਹੀ ਜਿਹੜਾ ਹਮੇਸ਼ਾ ਮੁੱਲ ਪੈਂਦਾ। ਸੋ ਥੈਂਕ ਯੂ ਸੋ ਮਚ ਡੇਵਿਨ, ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਉਮੀਦ ਕਰਦੇ ਹਾਂ ਜਿਸ ਤਰ੍ਹਾਂ ਤੁਨਕਾ ਨੂੰ ਪਿਆਰ ਮਿਲਿਆ ਹੈ ਨਾ ਲੋਕਾਂ ਵੱਲੋਂ, ਹੋਰ ਤੁਸੀਂ ਜਿੰਨਾ ਵੀ ਕੰਮ ਕਰੋ, ਜਿੰਨੀ ਵੀ ਸਕ੍ਰਿਪਟਸ ਲਿਖੋ, ਜਿੰਨੀਆਂ ਵੀ ਫਿਲਮਾਂ ਲਿਖੋ, ਉਹਨਾਂ ਨੂੰ ਉੱਦਾਂ ਹੀ ਪਿਆਰ ਮਿਲਦਾ ਰਹੇ। ਧੰਨਵਾਦ ਜੀ, ਅਤੇ ਵਧੀਆ ਕੰਮ ਕਰੂੰਗਾ ਜੀ, ਇਹ ਵਾਅਦਾ। ਅਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਜੀ, ਅੱਜ ਹੀ ਪਤਾ ਲੱਗੀ ਹੈ ਕਿ ਆਪਣੀ ਫਿਲਮ ਤੁਣਕਾ ਦੁਬਈ ਅਤੇ ਬਹਿਰੀਨ ਦੇ ਅੰਦਰ 9 ਸੈਪਟੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਤੇ ਦੁਬਈ ਦੇ ਸਾਰੇ ਹੀ ਸਮੂਹ ਪੰਜਾਬੀ ਭਾਈਚਾਰੇ ਨੂੰ, ਇੰਡੀਅਨ ਭਾਈਚਾਰੇ ਨੂੰ ਰਿਕੁਐਸਟ ਹੈ ਜੀ, ਅਤੇ ਉਮੀਦ ਵੀ ਹੈ, ਵਿਸ਼ਵਾਸ ਹੈ ਤੁਹਾਡੇ 'ਤੇ, ਜਿੱਦਾਂ ਪਹਿਲਾਂ ਪਿਆਰ ਮਿਲਿਆ ਦੁਬਈ ਤੋਂ ਵੀ ਸਾਨੂੰ ਉਨਾ ਹੀ ਪਿਆਰ ਮਿਲੂਗਾ। ਥੈਂਕ ਯੂ ਸੋ ਮਚ। ਸੋ ਇਹ ਸੰਸਾਰ ਨਾਲ ਜੇ ਡੇਵਨ, ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਵਾਂਗੇ, ਪਰ ਅੱਜ ਦੇ ਲਈ ਸਿਰਫ ਇੰਨਾ ਹੀ। ਮਿਲਦੇ ਅਗਲੀ ਵਾਰ। ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਦਵੋ ਇਜਾਜ਼ਤ। ਪਰ ਦੇਸ਼ ਔਰ ਦੁਨੀਆ ਦੀ ਹਰ ਤਾਜ਼ਾ ਖਬਰ ਦੇ ਲਈ ਤੁਸੀਂ ਜਗਬਾਣੀ TV ਨਾਲ ਜੁੜਨਾ, ਔਰ ਐਂਟਰਟੇਨਮੈਂਟ ਦੀ ਹਰ ਇੱਕ ਅਪਡੇਟ ਦੇ ਲਈ ਬਾਲੀਵੁੱਡ ਕਾ ਪੰਜਾਬੀ ਨਾਲ। ਸਤਿ ਸ਼੍ਰੀ ਅਕਾਲ।